ਜਿਵੇਂ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇਹ ਸਿਆਸਤ ਦੀ ਯੂਨੀਵਰਸਿਟੀ ਹੈ, ਉਹ ਭਾਈ ਸਿਆਸਤ ਦੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰ ਲੈ। ਹੁਣ ਹੋਇਆ ਕੀ ਹੈ ਕਿ ਇਸ ਵੇਲੇ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਕੁਐਸਚਨ ਹੋਇਆ ਪਿਆ, ਜਦੋਂ ਅਕਾਲੀ ਦਲ ਦਾ ਪ੍ਰਧਾਨ ਤੇ ਸਵਾਲ ਖੜਾ ਹੁੰਦਾ ਹੈ ਤੇ ਉਹ ਸਵਾਲ ਸਭ ਤੋਂ ਪਹਿਲਾਂ ਜਥੇਦਾਰ ਦੀ ਕਚਹਿਰੀ ਜਾਂਦਾ, ਅਕਾਲ ਤਖਤ ਦੀ ਕਚਹਿਰੀ ਜਾਂਦਾ, ਉਸ ਤੋਂ ਬਾਅਦ ਫਿਰ ਉਹ ਐਸਜੀਪੀਸੀ ਦੇ ਵਿਹੜੇ ਵਿੱਚ ਜਾ ਵੜਦਾ ਹੈ। ਜਦੋਂ ਹੁਣ ਇਸ ਵੇਲੇ ਉਹ ਦੋਨੇ ਵਿਹੜਾ ਵੀ ਤੇ ਜਿਹੜਾ ਕਚਹਿਰੀ ਹੈ ਉਹ ਦੋਨੇ ਹੀ ਚੁੱਪ ਰਹਿਣਗੇ ਤੇ ਉਹਦੇ ਨਾਲ ਜਿਹੜੇ ਸਵਾਲ ਖੜੇ ਹੋਣਗੇ ਉਹ ਕ੍ਰੈਡੀਬਿਲਿਟੀ ਲੋਅੈਸਟ ਲੈਵਲ ਨੂੰ ਜਾਂਦੀ ਰਹੇਗੀ। ਵਿਚਾਰਧਾਰਾ ਦੇ ਤੌਰ ਤੇ ਅਕਾਲੀ ਦਲ ਆਪਣੀ ਵਿਚਾਰਧਾਰਾ ਤੋਂ ਪਿੱਛੇ ਹਟ ਗਿਆ। ਜਦ ਕੋਈ ਰੀਜਨਲ ਪਾਰਟੀ ਜਿਹਦੀ ਇੱਕ ਵੱਖਰੀ ਹੋਂਦ ਹੋਵੇ, ਇੱਕ ਰਾਸ਼ਟਰਵਾਦੀ ਪਾਰਟੀ ਨੂੰ ਜਿਹੜਾ ਹੈ ਵਿਦਆਊਟ ਐਨੀ ਕੰਡੀਸ਼ਨ ਸਪੋਰਟ ਦੇ ਦੇਵੇ, ਉਹਦੀਆਂ ਕਈ ਇੰਪਲੀਕੇਸ਼ਨਸ ਹੁੰਦੀਆਂ ਹੈਗੀਆਂ। ਸਿਆਸਤਦਾਨ ਨੂੰ ਕੋਈ ਨਹੀਂ ਰੋਕ ਸਕਦਾ, ਸਿਆਸਤਦਾਨ ਜਿੱਥੇ ਮਰਜ਼ੀ ਜਾਏ। ਜੇ ਸਿਆਸਤਦਾਨ ਜਿੱਥੇ ਮਰਜ਼ੀ ਜਾਏ ਨਹੀਂ ਰੋਕਿਆ ਜਾ ਸਕਦਾ ਤੇ ਫਿਰ ਮਤਲਬ ਸਰਸੇ ਵਾਲੇ ਸੰਤ ਦਾ ਝਗੜਾ ਕਿਉਂ ਪਿਆ, ਬਰਗਾੜੀ ਵਾਲਾ ਮਾਮਲਾ ਕਿਉਂ ਹੋਇਆ? ਮਤਲਬ ਮੋਦੀ ਜਦੋਂ ਮਤਲਬ ਜਾਂਦਾ ਗੁਰਦੁਆਰੇ ਤੇ ਉਹਨੂੰ ਕੋਈ ਕੁਐਸਚਨ ਨਹੀਂ ਕਰਦਾ ਤੇ ਸੁਖਬੀਰ ਦੇ ਉੱਥੇ ਜਾਣ ਨੂੰ ਕੁਐਸਚਨ ਕਿਉਂ ਕੀਤਾ ਜਾਏ? ਅਕਾਲੀ ਦਲ ਪੰਥਿਕ ਪਾਰਟੀ ਹੈ, ਜਿਹੜੇ ਪੰਥਿਕ ਸੋਚ ਵਾਲੇ ਲੋਕ ਸੀ ਉਹਦਾ ਕੋਰ ਵੋਟ ਬੈਂਕ ਸੀ, ਲੇਕਿਨ ਉਹਨਾਂ ਨੂੰ ਨਿਰਾਸ਼ਾ ਹੋਈ ਜੋ ਅਕਾਲੀ ਦਲ ਦੀ ਵਰਕਿੰਗ ਰਹੀ। ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਦੀਆਂ ਕਮਰਸ਼ਲਾਈਜੇਸ਼ਨ ਹੋ ਗਈ, ਸਰਮਾਏਦਾਰ ਲੋਕ ਐਂਟਰ ਕਰਨ ਲੱਗ ਗਏ। ਮੈਨੂੰ ਪਤਾ ਹੈ ਕਿ ਕਿਵੇਂ ਇੰਡਸਟਰੀਅਲਿਸਟਾਂ ਨੂੰ, ਕਿਵੇਂ ਸਰਮਾਏਦਾਰਾਂ ਨੂੰ, ਕਿਵੇਂ ਬਿਊਰੋਕਰੇਟਸ ਨੂੰ ਫੜ ਕੇ ਟਿਕਟਾਂ ਦਿੱਤੀਆਂ ਗਈਆਂ। ਅਕਾਲੀਆਂ ਨੂੰ ਪਾਵਰ ਵਿੱਚ ਲਿਆਉਣ ਵਾਸਤੇ ਸਿੱਖ ਡੋਮੀਨੇਟਡ ਏਰੀਆ ਬਣਾਉਣਾ ਪਿਆ ਜੀ। ਉਹਦਾ ਕੀ ਬਣੇਗਾ? ਉਹਦੇ ਨਾਲ ਜੁੜੇ ਹੋਏ ਸਵਾਲਾਂ ਦਾ ਕੀ ਬਣੇਗਾ? ਜਾਂ ਮਤਲਬ ਇਹ ਜਿਹੜੀਆਂ ਗੱਲਾਂ ਨੇ ਇਹ ਕੁਐਸਚਨ ਤੇ ਹੋਣਗੇ। ਅਸੀਂ ਹਜੇ ਵੀ ਅਕਾਲੀ ਦਲ ਨੂੰ ਪੰਥਿਕ ਪਾਰਟੀ ਕਹੀ ਜਾਂਦੇ ਹਾਂ, ਹਾਲਾਂਕਿ ਪੰਥਕ ਪਾਰਟੀ ਵਾਲਾ ਕਰੈਕਟਰ ਜਿਹੜਾ ਹੈਗਾ ਉਹਨਾਂ ਨੂੰ 1995 ਦੇ ਵਿੱਚ ਬਿਲਕੁਲ ਲੀਗਲੀ ਤਿਆਗਤਾ। ਕਿ ਭਾਜਪਾ ਜਿਹੜੀ ਹੈ ਨਾ, ਉਹਨੇ ਜਿਵੇਂ ਰਾਸ਼ਟਰਵਾਦ ਦਾ ਮੁੱਦਾ ਆਪਣੇ ਗੱਲ ਪਾ ਰੱਖਿਆ ਤੇ ਉਹਦੇ ਨੁਕਸਾਨ ਵੀ ਹੋ ਰਹੇ ਨੇ, ਉਵੇਂ ਅਕਾਲੀਆਂ ਨੂੰ ਪੰਥਕ ਮੁੱਦਿਆਂ ਦੇ ਨੁਕਸਾਨ ਵੀ ਹੋ ਸਕਦੇ ਨੇ। ਮੈਂ ਇਹ ਬੜੀ ਦੇਰ ਤੋਂ ਇਹ ਚੀਜ਼ ਦੇ ਰਿਹਾ। ਜਿਹੜਾ ਰਾਜਸੀ ਟੀਚਾ ਸੀ ਅਕਾਲੀ ਦਲ ਦਾ, ਉਹ ਕੀ ਮਿੱਥਾ ਗਿਆ ਸੀ ਕਿ ਅਜਿਹਾ ਦੇਸ਼ ਕਾਲ ਘੜਨਾ ਜਿਹਦੇ ਵਿੱਚ ਸਿੱਖਾਂ ਦੀਆਂ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਹੋ ਸਕੇ, ਇਹ ਸੀ। ਔਰ ਦੂਸਰੀ ਗੱਲ ਇਹ ਸੀ ਕਿ ਇੰਡੀਆ ਜਿਹੜਾ ਹੈਗਾ ਤਕਰੀਬਨ ਕਨਫੈਡਰਲ ਸਟੇਟ ਅਕਾਲੀ ਮੰਗਦੇ ਸੀ। ਐਸੀ ਸਥਿਤੀ 'ਚ ਮੰਨ ਲਓ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਵੋ, ਪ੍ਰਕਾਸ਼ ਸਿੰਘ ਬਾਦਲ ਦੀ ਜਗ੍ਹਾ ਤੁਸੀਂ ਹੋਵੋ ਜਾਂ ਸੁਖਬੀਰ ਦੀ ਬਾਦਲ ਦੀ ਜਗ੍ਹਾ ਤੁਸੀਂ ਹੋਵੋ, ਤੇ ਕੀ ਕਰੋਗੇ ਪ੍ਰੋਫੈਸਰ ਬਲਕਾਰ ਸਿੰਘ? ਨਾ ਕਿਤੇ ਜਥੇਦਾਰ ਅਕਾਲ ਤਖਤ ਦਿਸਦਾ ਹੈ, ਨਾ ਕੋਈ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਸਦਾ ਹੈ। ਸਾਰੇ ਜਿਹੜੇ ਨੇ ਉਹਨਾਂ ਦੇ ਥੱਲੇ ਆਏ ਹੋਏ ਨੇ ਤੇ ਉਹਨਾਂ ਨੇ ਮੈਂ ਸਭ ਤੋਂ ਪਹਿਲਾਂ ਇਹ ਕਰਾਂ ਕਿ ਤੁਸੀਂ ਇੰਸਟੀਟਿਊਸ਼ਨ ਜਿਹੜੇ ਨੇ ਉਹ ਇੰਡੀਪੈਂਡੈਂਟਲੀ ਗਰੋ ਕਰਨ। ਇਹਦੇ 'ਚ ਕੋਈ ਹਰਜ਼ ਨਹੀਂ, ਤੁਸੀਂ ਸੰਵਿਧਾਨਿਕ ਰਿਕੁਆਇਰਮੈਂਟ ਪੂਰੀ ਕਰੋ। ਤੁਸੀਂ ਲਿਖ ਲਓ ਕਿ ਅਸੀਂ ਪੰਜਾਬੀਆਂ ਦੀ ਪਾਰਟੀ ਹਾਂ, ਪਰ ਤੁਹਾਨੂੰ ਕੌਣ ਇਸ ਗੱਲ ਤੋਂ ਰੋਕਦਾ ਹੈ ਕਿ ਸਿੱਖਾਂ ਦੇ ਮੁੱਦੇ ਉਠਾਏ ਜਾਣ? ਕੋਈ ਰੋਕਦਾ ਹੈ ਸੰਵਿਧਾਨ ਦੇ ਵਿੱਚ? ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪ੍ਰੋਫੈਸਰ ਬਲਕਾਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਅੱਜ ਕੱਲ ਇਹ ਡਾਇਰੈਕਟਰ ਨੇ ਵਰਲਡ ਪੰਜਾਬੀ ਸੈਂਟਰ ਤੇ, ਜਿਹੜਾ ਪੰਜਾਬ ਗਵਰਨਮੈਂਟ ਦੁਆਰਾ ਚਲਾਇਆ ਜਾਂਦਾ ਹੈ। ਔਰ ਦੂਜੇ ਸਾਡੇ ਕੋਲ ਅੱਜ ਇੱਕ ਮਹਿਮਾਨ ਜੁੜਨਗੇ, ਡਾਕਟਰ ਜਮਸ਼ੀਦ ਅਲੀ ਖਾਨ, ਜਿਨ੍ਹਾਂ ਨੇ ਇਤਿਹਾਸ ਦੇ ਉੱਤੇ ਬਹੁਤ ਸਾਰਾ ਕੰਮ ਕੀਤਾ ਹੈ, ਅਕਾਲੀ ਪੋਲਿਟਿਕਸ ਤੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ। ਖੈਰ, ਸਾਡਾ ਵਿਸ਼ਾ ਬੜਾ ਅਹਿਮ ਆ। ਪ੍ਰੋਫੈਸਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਕਹਿ ਲਾਂ। ਸਾਡਾ ਅਹਿਮ ਵਿਸ਼ਾ ਇਹ ਹੈ, ਫਤਿਹ ਜੀ ਫਤਿਹ, ਸਾਡਾ ਬਹੁਤ ਅਹਿਮ ਵਿਸ਼ਾ ਹੈ ਕਿ 100 ਸਾਲ ਇਤਿਹਾਸ ਵਾਲੀਆਂ ਪਾਰਟੀਆਂ ਜਿਨ੍ਹਾਂ ਦੀ ਉਮਰ 100 ਸਾਲ ਤੋਂ ਵੱਧ ਹੋ ਗਈ, ਅਕਾਲੀ ਦਲ ਔਰ ਕਾਂਗਰਸ, ਆਪਣੀ ਜੀਵਨ ਹਯਾਤੀ ਦੇ ਸਭ ਤੋਂ ਵੱਡੇ ਸੰਕਟ 'ਚ ਨੇ। ਦੋਨਾਂ ਕੋਲ ਸਰਵਾਈਵਲ ਦਾ ਮਾਮਲਾ ਦਰਪੇਸ਼ ਹੈ, ਖੜਾ ਹੋਇਆ ਪਿਆ। ਅਕਾਲੀ ਦਲ ਬੇਸ਼ੱਕ ਨਜ਼ਰ ਤਾਂ ਆ ਰਿਹਾ ਸੰਗਠਿਤ, ਲੇਕਿਨ ਕਲੈਕਟਿਵ ਲੀਡਰਸ਼ਿਪ ਨਿਰਧਾਰਿਤ ਹੈ, ਸਮੂਹਿਕ ਲੀਡਰਸ਼ਿਪ ਦਾ ਕੋਈ ਅਤਾ ਪਤਾ ਨਹੀਂ। ਇਹ ਸਿਰਫ ਇੱਕ ਪਰਿਵਾਰ ਤੱਕ ਸੀਮਤ ਹੋ ਕੇ ਰਹੇਗੀ। ਕਾਂਗਰਸ ਦਾ ਕਾਟੋ ਕਲੇਸ਼ ਕਿਸੇ ਤੋਂ ਛੁਪਿਆ ਹੋਇਆ ਨਹੀਂ। ਨੈਸ਼ਨਲ ਲੈਵਲ ਤੇ ਜੋ ਹਾਲ ਆ, ਹਰ ਕੋਈ ਜਾਣਦਾ ਹੈ ਕਿ ਵੱਡੀ ਲੀਡਰਸ਼ਿਪ ਬਹੁਤ ਨਿਰਾਸ਼ ਹੈ। ਉਹ ਵੀ ਇੱਕ ਪਰਿਵਾਰ ਤੱਕ ਸੀਮਤ ਹੋ ਗਿਆ ਮਾਮਲਾ। ਲੇਕਿਨ ਪੰਜਾਬ ਦੇ ਨਜ਼ਰੀਓਂ ਕਾਂਗਰਸ ਨੂੰ ਦੇਖਦੇ ਆ ਤਾਂ ਇੱਥੇ ਜਿਹੜੇ ਸੰਕਟ ਖੜੇ ਹੋ ਗਏ, ਇੰਨੇ ਜ਼ਿਆਦਾ ਧੜੇ ਹੋ ਗਏ ਵੀ ਜੇ ਇਹ ਸਮਝੌਤਾ ਵੀ ਕਰਨ ਲੱਗਣ ਤੇ ਇੱਕ ਅੱਧ ਵਿੱਚੋਂ ਬਾਹਰ ਰਹਿ ਹੀ ਜਾਣਾ ਹੈ। ਸੋ ਪ੍ਰੋਫੈਸਰ ਸਾਹਿਬ, ਅਸੀਂ ਜਮਸ਼ੀਦ ਅਲੀ ਖਾਨ ਜੀ ਨੂੰ ਲਵਾਂਗੇ ਅੱਗੇ ਜਾ ਕੇ ਨਾਲ, ਜਦੋਂ ਤੱਕ ਉਹ ਜੜਦੇ ਆ। ਮੈਂ ਤੁਹਾਡੇ ਨਾਲ ਇਹ ਗੱਲ ਕਰਾਂ, ਦਰਅਸਲ ਇਹ ਸੰਕਟ ਕੀ ਆ? ਆਪਾਂ ਅਕਾਲੀ ਦਲ ਦੀ ਗੱਲ ਕਰੀਏ
ਤਾਂ ਜਿਹੜੀ ਪਾਰਟੀ ਵਰਕਰ ਪਾਰਟੀ ਸੀਗੀ, ਜਿਹੜੀ ਪਾਰਟੀ ਦਾ ਇਤਿਹਾਸ ਔਰ ਆਈਡੀਓਲੋਜੀ ਸੀ, ਉਹ ਪਾਰਟੀ ਅੱਜ ਲੋਕ ਲਭਾਊ ਨਾਅਰਿਆਂ ਤੱਕ ਸੀਮਤ ਹੈ। ਉਹ ਆਪਣੇ ਲਈ ਚੋਣ ਰਣਨੀਤੀਕਾਰ ਲੱਭਦੇ ਫਿਰਦੇ ਆ, ਔਰ ਜਿਹੜੀ ਉਹਨਾਂ ਦੀ ਅਸਲ ਭਾਵਨਾ ਸੀਗੀ ਜਾਂ ਰੂਹ ਸੀ ਉਹ ਮਿਸਿੰਗ ਹੈ। ਇਹਨੂੰ ਵੈਸੇ ਇਹ ਸੰਕਟ ਨੂੰ ਕਿੱਥੋਂ ਕੁ ਮੰਨਦੇ ਹੋ ਤੇ ਅੱਜ ਦਾ ਸੰਕਟ ਕੀ ਹੈ? ਦੇਖੋ ਰੰਧਾਵਾ ਸਾਹਿਬ, ਤੁਹਾਡਾ ਬਹੁਤ ਹੀ ਖੂਬਸੂਰਤ ਹੈਗਾ ਇਹ ਇਸ਼ੂ। ਇਸ ਇਸ਼ੂ ਨੂੰ ਸਿਧਾਂਤਕ ਪ੍ਰਸੰਗ ਵਿੱਚ ਜੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਿਆਸਤ ਦੇ ਦੋ ਪੱਧਰ ਇਸ ਵੇਲੇ ਪੈਰਲਲ ਚੱਲ ਰਹੇ ਨੇ, ਸਮਾਨਾਂਤਰ ਜੀ। ਇੱਕ ਪੱਧਰ ਹੈ ਲੋਕਤੰਤਰ, ਜਿਹੜਾ ਆਮ ਬੰਦਿਆਂ ਨਾਲ ਜੁੜਿਆ ਹੈ, ਲੋਕਾਂ ਦੇ ਲੋਕਤੰਤਰ ਜਿਹਨੂੰ ਡੈਮੋਕ੍ਰੇਸੀ ਕਹਿੰਦੇ ਆ। ਦੂਜੇ ਪਾਸੇ ਰਾਜਤੰਤਰ, ਸਰਕਾਰ। ਜੀ, ਹੁਣ ਸਰਕਾਰ ਤੇ ਰਾਜਤੰਤਰ ਇੱਕ ਦੂਜੇ ਨਾਲੋਂ ਨਿਖੜ ਗਏ ਨੇ। ਅੱਗੇ ਇੱਕ ਦੂਜੇ ਦੇ ਪੂਰਕ ਹੁੰਦੇ ਸੀ, ਇੱਕ ਦੂਜੇ ਨਾਲ ਤੁਰਦੇ ਸੀ। ਨਾ ਹੋਇਆ ਕੀ ਹੈ, ਇਸ ਨਾਲ ਸਾਰਾ ਰੁਖ ਹੀ ਬਦਲ ਗਿਆ। ਆਮ ਬੰਦੇ ਦੀ ਨਿਗਾਹ ਵਿੱਚ, ਜਿਹਨੂੰ ਮੈਂ ਮਤਲਬ ਲੋਕਤੰਤਰ ਕਹਿ ਰਿਹਾ, ਲੋਕਤੰਤਰ ਦੀਆਂ ਨਿਗਾਹਾਂ ਵਿੱਚ ਰੰਧਾਵਾ ਸਾਹਿਬ ਪੋਲੀਟੀਕਲ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਲੋਐਸਟ ਐਬ ਤੇ ਆ ਗਈ ਹੈ। ਅਸਲ ਪ੍ਰੋਬਲਮ ਜਿਹੜੀ ਹੈ ਉਹ ਇਹ ਹੈ, ਜਦੋਂ ਕ੍ਰੈਡੀਬਿਲਿਟੀ ਨਹੀਂ ਹੈ, ਜਦੋਂ ਸਾਖ ਹੀ ਮਰ ਜਾਏ ਤੇ ਫਿਰ ਉਹਦਾ ਬਣਨਾ ਕੀ ਹੈ? ਫਿਰ ਉਹਦਾ ਕੁਝ ਨਹੀਂ ਬਣਨਾ। ਹੁਣ ਇਹ ਗੱਲ ਜਿਹੜੀ ਹੈ ਆਮ ਬੰਦੇ ਨੂੰ ਸਮਝ ਆ ਗਈ ਕਿ ਸਿਆਸਤ ਜਿਹੜੀ ਹੈ ਇਹ ਸੌਖਿਆਂ ਅਮੀਰ ਹੋਣ ਦਾ ਸਾਧਨ ਬਣ ਗਈ ਹੈ। ਇਹ ਪੌੜੀ ਹੈ ਜਿਹੜੇ ਬੰਦੇ ਨੇ। ਹੁਣ ਮੈਂ ਮਤਲਬ ਉਹਦੇ ਤੇ ਇੱਕ ਤੁਹਾਨੂੰ ਮਤਲਬ ਇੱਕ ਸ਼ੇਅਰ ਸੁਣਾਉਣਾ ਚਾਹੁੰਦਾ ਤੁਹਾਨੂੰ, ਮੇਰੇ ਮੈਮਰੀ 'ਚ ਅੜਕ ਗਿਆ ਹੋਇਆ ਪੁਰਾਣਾ। ਕਿਤੇ ਮੈਂ ਇੱਕ ਗਜ਼ਲ ਸੁਣੀ ਸੀ, ਕਿਸੇ ਕੁੜੀ ਨੇ ਬਹੁਤ ਸੋਹਣਾ ਗਾ ਰਹੀ ਸੀ ਕੁੜੀ, ਉਹ ਤੇ ਮੈਨੂੰ ਨਹੀਂ ਭੁੱਲ ਗਈ, ਕਿਤੇ ਰਹਿ ਗਈ। ਪਰ ਮੈਂ ਇਹ ਸਮਝਦਾ ਕਿ ਜਿਹੜੀ ਸਿਆਸੀ ਅਮੀਰੀ ਹੈ, ਜਿਹੜਾ ਬੇਸ ਕਰਪਸ਼ਨ ਹੈ, ਜਿਹਦੇ ਨਾਲ ਜਿਹੜਾ ਮਤਲਬ ਕਾਰਪੋਰੇਟੀ ਸ਼ੈਲੀ 'ਚ ਆਣ ਕੇ ਕਨਵਰਟ ਹੋ ਗਈ ਹੈ। ਕਾਰਪੋਰੇਸ਼ਨ ਸ਼ੈਲੀ ਵੀ ਕਰਪਸ਼ਨ ਤੇ ਹੈ, ਐਕਸਪਲੋਇਟੇਸ਼ਨ ਤੇ ਹੈ। ਉਹ ਇਹ ਸ਼ੇਅਰ ਇਹ ਹੈ ਕਿ ਖਾਨਦਾਨੀ रईस है जो रखते हैं लहजा नर्म अपना, तुम्हारी शोहरत बता रही है कि तुम्हारी रईसी नई नई है। ਇਹ ਨਈ ਰੀਸੀ ਜਿਹੜੀ ਹੈ ਨਾ, ਇਹਨੇ ਮਾਰ ਰੱਖਿਆ ਸਿਆਸਤ ਨੂੰ। ਹੁਣ ਇਸ ਵੇਲੇ ਸਿਆਸਤ ਵਿੱਚ ਜਿਹਦੇ ਤੇ ਵੀ ਉਂਗਲ ਚੁੱਕੋ ਤੁਸੀਂ, ਇਹਨਾਂ ਪਾਰਟੀਆਂ ਦੀ ਗੱਲ ਕਰਦੇ 100 ਸਾਲ ਪੁਰਾਣੀਆਂ ਦੀ। ਕੱਲ ਦੀ ਪਾਰਟੀ ਆ ਮਤਲਬ ਆਪਣੀ ਆਪ ਕੇਜਰੀਵਾਲ ਵਾਲੀ, ਤੇ ਉਹਦੇ 'ਚ ਉਹ ਘੱਟ ਘੱਟ ਹੈ, ਉਹਦੇ 'ਚ ਵੀ ਓਨਾ ਹੀ ਹੈ। ਮੇਰਾ ਮਤਲਬ ਇਹ ਹੈ ਕਿ ਜਦੋਂ ਹੋਇਆ ਕੀ ਕਿ ਅੱਗੇ ਸਿਧਾਂਤ ਪ੍ਰਵੇਲ ਕਰਦਾ ਸੀ, ਹੁਣ ਬੰਦਾ ਪ੍ਰਵੇਲ ਕਰਨ ਲੱਗ ਪਿਆ। ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਕਿ ਮੁੱਦਾ ਮੁੱਖ ਹੈ ਕਿ ਚਿਹਰਾ ਮੁੱਖ ਹੈ। ਹੁਣ ਮੁੱਦਾ ਜਿਹੜਾ ਗਾਇਬ ਹੋ ਗਿਆ ਤੇ ਚਿਹਰਾ ਜਿਹੜਾ ਸਾਹਮਣੇ ਆ ਗਿਆ। ਮੁੱਦਿਆਂ ਦੀ ਗੈਬੀ ਕਰਕੇ ਆਮ ਬੰਦੇ ਦਾ ਵਿਸ਼ਵਾਸ ਜਿਹੜਾ ਡੋਲ ਗਿਆ ਹੈ, ਤੇ ਉਹਦੇ ਨਾਲ ਕਿ ਹੋਇਆ ਕੀ, ਉਹਦੇ ਨਾਲ ਅਸੀਂ ਇਹ ਸਿਆਸਤਦਾਨ ਜਿਹੜਾ ਉਹ ਇੱਥੇ ਆ ਗਿਆ ਹੈ ਕਿ ਸਿਆਸਤ ਖਾਨਦਾਨੀ ਹੁੰਦੀ ਜਾਂਦੀ ਹੈ। ਕਾਂਗਰਸ ਨੂੰ ਖਾਨਦਾਨੀ ਸਿਆਸਤ ਨੇ ਮਾਰ ਲਿਆ, ਅਕਾਲੀਆਂ ਨੂੰ ਵੀ ਖਾਨਦਾਨੀ ਸਿਆਸਤ ਨੇ ਮਾਰਿਆ। ਜੇ ਇਸ ਵੇਲੇ ਭਾਜਪਾ ਨੂੰ ਤੇ ਹੋਰ ਗੱਲਾਂ ਮਾਰ ਰਹੀਆਂ ਨੇ, ਪਰ ਜਿਵੇਂ ਖਾਨਦਾਨੀ ਸਿਆਸਤ ਹੈ ਇਵੇਂ ਹੀ ਹੁਣ ਕੇਜਰੀਵਾਲ ਦੀ ਸਿਆਸਤ ਜਿਹੜੀ ਉਹ ਵੀ 1% ਦੀ ਸਿਆਸਤ ਹੈ। ਜਿੱਥੇ ਬੰਦਾ ਪ੍ਰਧਾਨ ਹੋ ਜਾਏਗਾ ਸਿਧਾਂਤ ਦੀ ਥਾਂ ਤੇ, ਉਹ ਜਿਹੜੀ ਸਿਆਸਤ ਹੈ ਮਗਰ ਚਲੀ ਜਾਏਗੀ। ਜਿਵੇਂ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇਹ ਸਿਆਸਤ ਦੀ ਯੂਨੀਵਰਸਿਟੀ ਆ, ਉਹ ਭਾਈ ਸਿਆਸਤ ਦੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰ ਲੈ। ਹੁਣ ਹੋਇਆ ਕੀ ਹੈ ਕਿ ਇਸ ਵੇਲੇ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਕੁਐਸਚਨ ਹੋਇਆ ਪਿਆ ਪੰਜਾਬੀ ਬੋਲਣ ਵਾਲਿਆਂ 'ਚ, ਕਿਉਂਕਿ ਉਹ ਮਤਲਬ ਦੋਨੇ ਹਸਬੈਂਡ ਵਾਈਫ ਵੱਡੇ ਸਕੂਲਾਂ ਦੇ ਪੜ੍ਹੇ ਹੋਏ ਨੇ। ਮਤਲਬ ਹਾਲਾਂਕਿ ਚੰਗੇ ਕਾਲਜ ਦਾ ਪੜ੍ਹਿਆ, ਪ੍ਰਕਾਸ਼ ਸਿੰਘ ਬਾਦਲ ਚੰਗੀ ਭਲੀ ਪੰਜਾਬੀ ਬੋਲਦਾ ਸੀ। ਇਹ ਵੀ ਪੰਜਾਬੀ ਬੋਲਣੀ ਔਰ ਪੰਜਾਬੀ ਜਾਣਨੀ, ਇਹ ਦੋ ਗੱਲਾਂ ਨੇ। ਸਰਸਾ ਉੱਥੇ ਫਸ ਗਿਆ, ਇਹਨਾਂ ਨੂੰ ਜਦੋਂ ਮਰਜ਼ੀ ਫਸਾ ਲਓ। ਹੁਣ ਸਵਾਲ ਜਦੋਂ ਹੋਣਗੇ ਨਾ, ਸਵਾਲ ਬੜੇ ਕਸੂਤੇ ਹੋਣਗੇ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਕੋਈ ਪਹਿਲੀ ਵਾਰ ਤੇ ਬਣਿਆ ਨਹੀਂ। ਭਾਵੇਂ ਇਹ ਗੱਲ ਜਿਹੜੀ ਹੈ ਇਹਨਾਂ ਨੂੰ ਆਪ ਸਾਹਮਣੇ ਲਿਆਉਣੀ ਚਾਹੀਦੀ ਸੀ ਕਿ ਮਾਡਰਨ ਇਲਾਕੇ ਵਿੱਚ, ਜ਼ਮਾਨੇ ਵਿੱਚ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਉਹਨੂੰ ਮਾਡਰਨ ਹੋਣਾ ਪਏਗਾ। ਚਲੋ ਇਸ ਤਰ੍ਹਾਂ ਲੈ ਆਉਂਦੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਮਤਲਬ ਅਕਾਲੀ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਲਿਆ ਸੀ, ਇਹ ਮਤਲਬ ਅਕਾਲੀ ਪਾਰਟੀ ਨੂੰ ਆਧੁਨਿਕ ਪਾਰਟੀ ਬਣਾ ਲੈਂਦੇ, ਪਰ ਇਹਨਾਂ ਨਹੀਂ ਬਣਾਇਆ। ਇਹ ਬਣਾਉਣ ਤੋਂ ਬਿਨਾਂ ਆਪਣੇ ਆਪ ਤੁਰ ਪਏ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਅਕਾਲੀ ਦਲ ਦਾ ਪ੍ਰਧਾਨ ਤੇ ਸਵਾਲ ਖੜਾ ਹੁੰਦਾ ਹੈ ਤੇ ਉਹ ਸਵਾਲ ਸਭ ਤੋਂ ਪਹਿਲਾਂ ਜਥੇਦਾਰ ਦੀ ਕਚਹਿਰੀ ਜਾਂਦਾ, ਅਕਾਲ ਤਖਤ ਦੀ ਕਚਹਿਰੀ ਜਾਂਦਾ, ਉਸ ਤੋਂ ਬਾਅਦ ਫਿਰ ਉਹ ਐਸਜੀਪੀਸੀ ਦੇ ਵਿਹੜੇ ਵਿੱਚ ਜਾ ਵੜਦਾ ਹੈ। ਜਦੋਂ ਹੁਣ ਇਸ ਵੇਲੇ ਉਹ ਦੋਨੇ ਵਿਹੜਾ ਵੀ ਤੇ ਜਿਹੜਾ ਕਚਹਿਰੀ ਹੈ ਉਹ ਦੋਨੇ ਹੀ ਚੁੱਪ ਰਹਿਣਗੇ ਤੇ ਉਹਦੇ ਨਾਲ ਜਿਹੜੇ ਸਵਾਲ ਖੜੇ ਹੋਣਗੇ ਉਹ ਕ੍ਰੈਡੀਬਿਲਿਟੀ ਲੋਅੈਸਟ ਲੈਵਲ ਨੂੰ ਜਾਂਦੀ ਰਹੇਗੀ। ਇਸ ਵੇਲੇ ਮੈਂ ਸਮਝਦਾ ਹਾਂ ਕਿ ਮੈਨੂੰ ਇਹ ਪਤਾ ਹੈ ਇਸ ਗੱਲ ਦਾ ਕਿ ਮੀਡੀਆ ਜਿਹੜਾ ਅਵਾਇਡ ਕਰ ਰਿਹਾ ਇਸ ਗੱਲ ਨੂੰ, ਤੇ ਅਵਾਇਡ ਕਰਨਾ ਵੀ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਮੈਨੂੰ ਨਹੀਂ ਪਤਾ। ਪਰ ਜਿਵੇਂ ਉਹ ਗਿਆ ਹੈ ਮਤਲਬ ਉੱਥੇ ਚਿੰਤਪੁਰਨੀ, ਇਹ ਕੋਈ ਪਹਿਲੀ ਵਾਰ ਨਹੀਂ ਗਿਆ ਉਹ। ਪਰ ਜਿਵੇਂ ਪਹਿਲੀ ਵਾਰ ਕੁਐਸਚਨ ਹੋਇਆ, ਅੱਗੇ ਕੁਐਸਚਨ ਨਹੀਂ ਇਸ ਤਰ੍ਹਾਂ ਹੋਇਆ। ਉਹ ਆਸ਼ੂਤੋਸ਼ ਕੋਲ ਜਾਂਦੇ ਸਨ, ਉਹਨਾਂ ਦੇ ਖਾਨਦਾਨ ਵਿੱਚੋਂ, ਉਹ ਮਤਲਬ ਸਰਸੇ ਵਾਲੇ ਕੋਲ ਜਾਂਦੇ ਸਨ, ਉਹ ਪੋਲੀਟੀਕਲੀ ਕੁਐਸਚਨ ਹੁੰਦੇ ਸਨ।
ਇਹ ਮਤਲਬ ਇਸ ਵੇਲੇ ਸਿਧਾਂਤਕ ਤੌਰ ਤੇ ਕੁਐਸਚਨ ਹੋ ਗਿਆ ਕਿ ਸਿੱਖੀ ਦਾ ਪ੍ਰਧਾਨ ਜਿਹੜਾ ਹੈ ਉਹਨੂੰ ਰੋਲ ਮਾਡਲ ਬਣਨਾ ਪੈਣਾ ਹੈ, ਤੇ ਰੋਲ ਮਾਡਲ ਕਿਹੋ ਜਿਹਾ ਹੈ, ਜਿਹੜਾ ਰੋਲ ਮਾਡਲ ਜਿਹੜਾ ਹੈ ਉਹਨੂੰ ਆਪਣੇ ਤੇ ਕਿੰਨਾ ਕੁ ਭਰੋਸਾ ਹੈ, ਉਹਦੇ ਨਾਲ ਕੀ। ਮੈਂ ਸਮਝਦਾ ਕਿ ਸਿਆਸਤ ਦੇ ਪੁਆਇੰਟ ਆਫ ਵਿਊ ਤੋਂ ਉਹਦੇ ਧਿਆਨ 'ਚ ਇਹ ਹੋ ਸਕਦਾ ਹੈ ਕਿ ਮਾਲਵਾ ਜਿਹੜਾ ਬੜਾ ਬੈਕਵਰਡ ਹੈ ਤੇ ਦੇਵੀ ਦੇਵਤਿਆਂ ਨੂੰ ਮੰਨਦਾ, ਸ਼ਾਇਦ ਉਹਨਾਂ ਦੀ ਵੋਟ ਤੇ ਕੋਈ 4 ਵੋਟਾਂ ਇਸ ਕਰਕੇ ਮਿਲ ਜਾਣ, ਜਾਂ ਉਹ ਇਹ ਵੀ ਹੋ ਸਕਦਾ ਹੈ ਕਿ ਮੈਂ ਉੱਥੇ ਜਾ ਕੇ ਹਿੰਦੂ ਵੋਟ ਜਿਹੜੀ ਉਹਨੂੰ ਪੱਕੀ ਕਰ ਸਕਦਾ, ਤੇ ਜਿਹੜਾ ਬੀਜੇਪੀ ਨਾਲ ਉਹਨਾਂ ਦੀ ਤੋੜ ਵਿਛੜਾ ਹੋਇਆ ਉਹਦੀ ਭਰਪਾਈ ਕਰ ਸਕਦਾ। ਇਹੋ ਜਿਹੀ ਗੱਲਾਂ ਹੋਣਗੀਆਂ ਉਹਦੇ ਮਨ ਵਿੱਚ, ਪਰ ਇਹ ਗੱਲਾਂ ਕਰਨ ਲੱਗਿਆ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦਾ ਦਾਇਤਵ ਜਿਹੜਾ ਉਹਦਾ ਉਹ ਕੁਐਸਚਨ ਹੋ ਗਿਆ, ਤੇ ਫਿਰ ਉਹਦੀ ਬਣੀ ਖੇਡ ਵੀ ਵਿਗੜ ਜਾਏਗੀ। ਹੁਣ ਮੈਨੂੰ ਪ੍ਰੋਫੈਸਰ ਸਾਹਿਬ ਇੱਕ ਸਵਾਲ ਕਰਨ ਦਿਓ, ਕਿਉਂਕਿ ਤੁਹਾਡੀਆਂ ਗੱਲਾਂ ਇੰਨੀਆਂ ਪਿਆਰੀਆਂ ਹੁੰਦੀਆਂ, ਅਕਸਰ ਮੇਰੇ ਤੇ ਵੀ ਸਵਾਲ ਉੱਠਦਾ ਕਿ ਤੂੰ ਕਾਊਂਟਰ ਕੁਐਸਚਨ ਕਿਉਂ ਨਹੀਂ ਕਰਦਾ ਭਾਈ, ਪਰ ਮੈਂ ਇਹ ਸਵਾਲ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ ਹੈ। ਤੁਸੀਂ ਇੱਕ ਤਾਂ ਗੱਲ ਕਹੀ ਸ਼੍ਰੋਮਣੀ ਕਮੇਟੀ ਨਹੀਂ, ਉਹ ਅਕਾਲੀ ਦਲ ਦੇ ਪ੍ਰਧਾਨ ਵਜੋਂ। ਦੂਜੀ ਗੱਲ, ਸਭ ਤੋਂ ਅਹਿਮ ਸਵਾਲ ਆ ਕਿ ਸਾਡੇ ਤੇ ਲੋਕ ਸਵਾਲ ਨਹੀਂ ਕਰਨਗੇ ਕਿ ਸਿਆਸਤਦਾਨ ਤਾਂ ਉਹ ਭਾਵੇਂ ਕਿਸੇ ਵੀ ਵਰਗ ਵਿਸ਼ੇਸ਼ ਨਾਲ ਜੁੜਿਆ ਹੋਵੇ, ਉਹ ਜਿਹਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਆਪ ਨੂੰ ਪੇਸ਼ ਕਰਨਾ ਹੈ, ਉਹ ਹਰੇਕ ਧਰਮ ਜਾਂ ਸਥਾਨ ਜਾਂ ਧਾਰਮਿਕ ਜਗ੍ਹਾ ਤੇ ਜਾ ਸਕਦਾ ਹੈ। ਜਦੋਂ ਸਾਡੇ ਤੇ ਸਵਾਲ ਆਊਗਾ ਕਿ ਤੁਸੀਂ ਕਿੰਤੂ ਕਿਉਂ ਕਰ ਰਹੇ ਹੋ, ਜੇ ਸੁਖਬੀਰ ਸਿੰਘ ਬਾਦਲ ਇੱਕ ਦੂਜੇ ਧਰਮ ਜਾਂ ਫਿਰਕੇ ਦੇ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਗਲਤ ਕੀ ਆ, ਇਹਨੂੰ ਤੁਸੀਂ ਜਸਟੀਫਾਈ ਕਿਵੇਂ ਕਰਦੇ ਹੋ? ਮੈਨੂੰ ਜਰੂਰ ਸਰਦਾਰ ਸਾਹਿਬ ਦੱਸਿਓ, ਤਾਂ ਕਿ ਅਸੀਂ ਵੀ ਸਵਾਲਾਂ ਦੇ ਉਨੇ ਘੇਰੇ ਚ ਜਿੰਨੇ ਪੋਲੀਟੀਸ਼ੀਅਨ ਹੈ, ਕਿਉਂਕਿ ਅਸੀਂ ਵੀ ਪਬਲਿਕ ਮੰਚ ਤੇ ਆ ਜੀ। ਮੈਂ ਰੰਧਾਵਾ ਸਾਹਿਬ, ਮੈਂ ਵੀ ਉਹਨਾਂ ਹੀ ਸਵਾਲਾਂ ਚ ਘੇਰ ਰਿਹਾ। ਮੈਂ ਆਪਣੇ ਆਪ ਨੂੰ ਅਜੇ ਵੀ ਅਕਾਲੀ ਮੰਨਦਾ ਤੇ ਅਕਾਲੀ ਮੰਨ ਕੇ ਹੀ ਗੱਲ ਕਰ ਰਿਹਾ। ਮੈਂ ਸਮਝਦਾ ਕਿ ਜਿਹੜੀ ਗੱਲ ਮੈਂ ਕਰ ਰਿਹਾ, ਮੈਂ ਅਕਾਲੀ ਕਾਡਰ ਨੂੰ ਕੁਐਸਚਨ ਕਰ ਰਿਹਾ, ਤੇ ਕੱਲ ਨੂੰ ਉਹ ਜਿਹੜੇ ਸਰਕਲ ਨਾਲ ਲੈ ਕੇ ਤੁਰਨਾ ਚਾਹੁੰਦੇ ਨੇ, ਜਿਹੜੀ ਪੰਥਕ ਪਾਰਟੀ ਕਹਾਉਂਦੇ ਨੇ, ਜਿਹਦੇ ਵਾਸਤੇ ਸੁਖਬੀਰ ਸਿੰਘ ਬਾਦਲ ਆਲਰੇਡੀ ਜ਼ਮਾਨਤ ਤੇ ਹੈ, ਉਹ ਜਿਹੜੀ ਗੱਲ ਹੈ ਨਾ, ਉਹ ਗੱਲ ਜਿਹੜੀ ਹੈ ਮੈਂ ਉਹ ਮੇਰੇ ਧਿਆਨ ਵਿੱਚ ਉਹ ਹੈ। ਸਿਆਸਤਦਾਨ ਨੂੰ ਕੋਈ ਨਹੀਂ ਰੋਕ ਸਕਦਾ, ਸਿਆਸਤਦਾਨ ਜਿੱਥੇ ਮਰਜ਼ੀ ਜਾਏ। ਜੇ ਸਿਆਸਤਦਾਨ ਜਿੱਥੇ ਮਰਜ਼ੀ ਜਾਏ ਨਹੀਂ ਰੋਕਿਆ ਜਾ ਸਕਦਾ, ਤੇ ਫਿਰ ਮਤਲਬ ਸਰਸੇ ਵਾਲੇ ਸੰਤ ਨਾਲ ਝਗੜਾ ਕਿਉਂ ਪਿਆ, ਬਰਗਾੜੀ ਵਾਲਾ ਮਾਮਲਾ ਕਿਉਂ ਹੋਇਆ? ਇਹ ਜਿਹੜੀਆਂ ਗੱਲ ਹੈ ਨਾ, ਮੈਂ ਕਹਿਣਾ ਇਹ ਚਾਹੁੰਦਾ ਤੁਹਾਨੂੰ ਕਿ ਇਹ ਬੜੀ ਮਤਲਬ ਮੇਰੇ ਵਾਸਤੇ ਅਹਿਮ ਗੱਲ ਹੈ ਕਿ ਜਿਹੜੀਆਂ ਪਾਰਟੀਆਂ ਨੇ, ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਜੀ। ਮਤਲਬ ਮੋਦੀ ਜਦੋਂ ਮਤਲਬ ਜਾਂਦਾ ਗੁਰਦੁਆਰੇ ਤੇ ਉਹਨੂੰ ਕੋਈ ਕੁਐਸਚਨ ਨਹੀਂ ਕਰਦਾ, ਤੇ ਸੁਖਬੀਰ ਦੇ ਉੱਥੇ ਜਾਣ ਨੂੰ ਕੁਐਸਚਨ ਕਿਉਂ ਕੀਤਾ ਜਾਏ? ਇਹ ਗੱਲ ਮੈਂ ਤੇ ਮਤਲਬ ਇਹ ਗੱਲ ਮੰਨ ਲਵਾਂਗਾ, ਮੈਨੂੰ ਅਕੈਡਮਿਕਲੀ ਇਹ ਗੱਲ ਸਮਝ ਵੀ ਆ ਜਾਏਗੀ। ਪਰ ਜਿਹੜਾ ਮਤਲਬ ਜਿਹੜਾ ਕਾਡਰ ਹੈ, ਜਿਹੜੀ ਪਿੱਛੇ ਇਹ ਪੰਜਾਬ ਜਿਹੜਾ ਹੈ ਇਹ ਕੱਟਦਾ ਪੰਜਾਬੀ ਸੂਬੀ ਬਣਿਆ, ਜਿਹਦੇ ਵਾਸਤੇ ਅਕਾਲੀਆਂ ਨੂੰ ਪਾਵਰ ਵਿੱਚ ਲਿਆਉਣ ਵਾਸਤੇ ਸਿੱਖ ਡੋਮੀਨੇਟਡ ਏਰੀਆ ਬਣਾਉਣਾ ਪਿਆ ਜੀ, ਉਹਦਾ ਕੀ ਬਣੇਗਾ? ਉਹਦੇ ਨਾਲ ਜੁੜੇ ਹੋਏ ਸਵਾਲਾਂ ਦਾ ਕੀ ਬਣੇਗਾ? ਜਾਂ ਮਤਲਬ ਇਹ ਜਿਹੜੀਆਂ ਗੱਲਾਂ ਨੇ, ਇਹ ਕੁਐਸਚਨ ਤੇ ਹੋਣਗੇ, ਕੁਐਸਚਨਾਂ ਦੇ ਜਵਾਬ ਸਾਰਿਆਂ ਦੇ ਦਿੱਤੇ ਵੀ ਨਹੀਂ ਜਾ ਸਕਦੇ ਹੁੰਦੇ। ਹੁਣ ਆਪਾਂ ਨੇ ਇਹ ਗੱਲ ਨੂੰ ਆ ਜਾਂਦੇ ਹਾਂ ਕਿ ਮਤਲਬ ਸਾਰੀਆਂ ਪਾਰਟੀਆਂ ਵਿੱਚ ਇਹੋ ਜਿਹੇ ਸਵਾਲ ਹੁੰਦੇ ਨੇ, ਤੇ ਮੈਂ ਇਹ ਤਾਂ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਭਾਜਪਾ ਜਿਹੜੀ ਹੈ ਨਾ, ਉਹਨੇ ਜਿਵੇਂ ਰਾਸ਼ਟਰਵਾਦ ਦਾ ਮੁੱਦਾ ਆਪਣੇ ਗੱਲ ਪਾ ਰੱਖਿਆ ਤੇ ਉਹਦੇ ਨੁਕਸਾਨ ਵੀ ਹੋ ਰਹੇ ਨੇ, ਉਵੇਂ ਅਕਾਲੀਆਂ ਨੂੰ ਪੰਥਕ ਮੁੱਦਿਆਂ ਦੇ ਨੁਕਸਾਨ ਵੀ ਹੋ ਸਕਦੇ ਨੇ। ਮੈਂ ਇਹ ਬੜੀ ਦੇਰ ਤੋਂ ਇਹ ਸਿੱਖਿਆ ਦੇ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਨੇ, ਸ਼੍ਰੋਮਣੀ ਕਮੇਟੀ ਕਰਕੇ ਅਕਾਲੀ ਦਲ ਨੂੰ ਪੰਥਕ ਹੋਣਾ ਪੈ ਰਿਹਾ, ਤੇ ਅਕਾਲੀ ਦਲ ਕਰਕੇ ਸ਼੍ਰੋਮਣੀ ਕਮੇਟੀ ਨੂੰ ਡੈਮੋਕ੍ਰੈਟਿਕ ਹੋਣਾ ਪਿਆ। ਸ਼੍ਰੋਮਣੀ ਕਮੇਟੀ ਬੇਸਿਕਲੀ ਡੈਮੋਕ੍ਰੈਟਿਕ ਨਹੀਂ ਹੋ ਸਕਦੀ, ਤੇ ਕੋਈ ਪੋਲੀਟੀਕਲ ਪਾਰਟੀ ਹਿੰਦੁਸਤਾਨ ਦੀ ਪੰਥਕ ਨਹੀਂ ਹੋ ਸਕਦੀ, ਰਿਲੀਜੀਅਸ ਨਹੀਂ ਹੋ ਸਕਦੀ। ਇਸ ਕਰਕੇ ਇਹ ਗੱਲ ਮੈਂ ਕਹਿੰਦਾ ਆ ਰਿਹਾ। ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ। ਸਤਿ ਸ਼੍ਰੀ ਅਕਾਲ, ਅਸੀਂ ਤੁਹਾਨੂੰ ਵੈਲਕਮ ਕਰ ਚੁੱਕੇ ਹਾਂ। ਮੈਂ ਥੋੜਾ ਜਿਹਾ ਲੇਟ ਹੋਇਆ। ਨਹੀਂ ਕੋਈ ਨਹੀਂ ਪ੍ਰੋਫੈਸਰ ਸਾਹਿਬ, ਗੱਲ ਸਰਦਾਰ ਬਲਕਾਰ ਸਿੰਘ ਬੜੀ ਪਤੇ ਦੀ ਕਰ ਰਹੇ ਆ। ਅਸੀਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ 2 ਸਦੀ ਪੁਰਾਣੀਆਂ ਪਾਰਟੀਆਂ, ਇਤਿਹਾਸਕ ਪਾਰਟੀਆਂ ਆਪਣੇ ਦੌਰ ਤੇ ਸਭ ਤੋਂ ਵੱਡੇ ਸੰਕਟ ਚੋਂ ਲੰਘ ਰਹੀਆਂ, ਤੇ ਇਹ ਸੰਕਟ ਆਖਰ ਦਰਪੇਸ਼ ਕਿਵੇਂ ਨੇ? ਇਹ ਸੰਕਟ ਕਿੱਦਾਂ ਆ ਗਏ? ਇਹ ਆਪ ਮੁਹਾਰੇ ਆਏ ਆ ਜਾਂ ਇਹਨਾਂ ਦੀ ਲੀਡਰਸ਼ਿਪ ਦੀਆਂ ਗਲਤੀਆਂ ਨੇ? ਸਰਦਾਰ ਸਾਹਿਬ ਨੇ ਬੜਾ ਸੋਹਣਾ ਮਸਲਾ ਉਠਾਤਾ ਹੈ। ਅਕਾਲੀ ਦਲ ਤੇ ਅਸੀਂ ਅੱਜ ਫੋਕਸ ਕਰ ਰਹੇ ਹਾਂ। ਸ਼ਾਇਦ ਮੈਨੂੰ ਲੱਗਦਾ ਕਿ ਸਾਡਾ ਪੂਰਾ ਸੈਗਮੈਂਟ ਅਕਾਲੀ ਦਲ ਤੇ ਕੇਂਦਰਿਤ ਹੋ ਜਾਏ, ਕਿਉਂਕਿ ਗੱਲ ਇੰਨੀ ਸੌਖੀ ਨਹੀਂ ਜਿੰਨੀ ਅਸੀਂ ਕਰਨਾ ਚਾਹ ਰਹੇ ਸੀ। ਮੈਨੂੰ ਦੱਸਿਓ, ਪ੍ਰੋਫੈਸਰ ਸਾਹਿਬ ਨੂੰ ਮੈਂ ਰੋਕਿਆ, ਮੈਂ ਮਾਫੀ ਮੰਗਦਾ ਹਾਂ, ਨਹੀਂ ਸਕੇ। ਮੈਨੂੰ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਜਿਹੜੇ ਸਾਬਕਾ ਡੀਨ ਨੇ, ਮੈਂ ਇੱਕ ਵਾਰੀ ਫਿਰ ਕਰਦਾ, ਸਾਡੇ ਨਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਮੈਨੂੰ ਇਹ ਦੱਸਿਓ, ਤੁਸੀਂ ਕਿਤਾਬਾਂ ਬਹੁਤ ਲਿਖੀਆਂ, ਅਕਾਲੀ ਦਲ ਦੇ ਇਤਿਹਾਸ ਨੂੰ ਸਮਝਿਆ, ਤੇ ਅਕਾਲੀ ਲੀਡਰਸ਼ਿਪ ਨਾਲ ਤੁਹਾਡੀ ਨੇੜਤਾ ਵੀ ਰਹੀ ਹੋਊਗੀ। ਜਿਹੜਾ ਸੰਕਟ ਗਿਣਾ ਰਹੇ ਨੇ ਇਸ ਵੇਲੇ ਪ੍ਰੋਫੈਸਰ ਬਲਕਾਰ ਸਿੰਘ, ਕਿ ਸੰਕਟ ਵਿਚਾਰਧਾਰਾ ਦਾ ਨਹੀਂ, ਮੂੰਹ ਮਹਾਂਦਰਾ ਵੀ ਰੱਖਣ ਦਾ।
ਅਸੀਂ ਅੰਦਰੋਂ ਕੁਝ ਹੋਰ ਆ, ਦਿਖਣਾ ਕੁਝ ਹੋਰ ਚਾਹੁੰਦੇ ਆ, ਜੋ ਦਿਸਣਾ ਚਾਹੁੰਦੇ ਆ ਉਹ ਅਸੀਂ ਐਕਟ ਨਹੀਂ ਕਰਨਾ ਚਾਹੁੰਦੇ। ਸੋ ਇਸ ਵੇਲੇ ਅਕਾਲੀ ਦਲ ਦੀ ਜਿਹੜੀ ਸਮੂਹਿਕ ਲੀਡਰਸ਼ਿਪ ਆ ਉਹ ਨਦਾਰਦ ਹੈ ਤੇ ਇਹ ਪਰਿਵਾਰ ਤੱਕ ਸੀਮਤ ਹੋਣ ਦੇ ਦੋਸ਼ ਲੱਗ ਰਹੇ ਆ ਤੇ ਪ੍ਰਧਾਨ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਆਉਂਦੇ ਆ ਕਿ ਉਹ ਵੀ ਆਈਡੀਓਲੋਜੀ ਨਾਲੋਂ ਪਾਸੇ ਹੋ ਕੇ ਲੰਘਣ ਦੀ ਰਹਿੰਦੇ ਤਾਂ ਆਈਡੀਓਲੋਜੀ ਦੇ ਨਾਲ ਨੇ ਕਿ ਦਾਵਾ ਇਹੀ ਹੁੰਦਾ ਹੈ, ਲੇਕਿਨ ਲੰਘਦੇ ਦੂਜੇ ਪਾਸਿਓਂ ਦੀ। ਮੈਨੂੰ ਹੁਣ ਇਹ ਸੰਕਟ ਦੱਸਿਓ, ਸਮਝਾਇਓ ਜਿਵੇਂ ਤੁਸੀਂ ਸਮਝਦੇ ਹੋ। ਇਹ ਦਰਅਸਲ ਇਸ ਤਰ੍ਹਾਂ, ਜੇ ਆਪਾਂ ਥੋੜਾ ਜਿਹਾ ਦੋਨੋਂ ਪਾਰਟੀਆਂ ਦਾ ਇਤਿਹਾਸ ਦੇਖੀਏ ਜਾਂ ਪੋਲੀਟੀਕਲ ਕੰਪੀਟੀਸ਼ਨ ਦੇਖੀਏ ਪੰਜਾਬ ਦੇ ਵਿੱਚ, 1967 ਤੋਂ ਬਾਅਦ ਹੀ ਰੀਆਰਗੇਨਾਈਜੇਸ਼ਨ ਤੋਂ ਬਾਅਦ ਜਿਹੜੀ ਸਿਆਸਤ ਪੰਜਾਬ ਦੀ ਐਮਰਜ ਹੋਈ ਜੀ, 1967 ਤੋਂ ਲੈ ਕੇ 2017 ਆਪਾਂ 14 ਤੱਕ ਦੀ ਗੱਲ ਕਰੀਏ, ਇਹ ਦੋ ਪੋਲੀਟੀਕਲ ਪਾਰਟੀਆਂ ਦੇ ਵਿੱਚ ਹੀ ਸਾਰੀ ਰੋਟੇਸ਼ਨ ਹੁੰਦੀ ਰਹੀ ਹੈ ਤੇ ਆਲਟਰਨੇਟਿਵਲੀ ਇਹ ਰਾਜ ਕਰਦੇ ਰਹੇ ਹਨ। ਇਹ ਸਿਰਫ ਇੰਨਾ ਛੱਡ ਕੇ ਕਿ 2007 ਤੇ 2012 ਦੇ ਵਿੱਚ 2 ਵਾਰੀ ਜਿੱਤ ਕੇ ਅਕਾਲੀ ਦਲ ਨੇ ਸਰਕਾਰ ਬਣਾਈ। ਇਹ ਸਾਰੀ ਜਿਹੜੀ ਸਿਆਸਤ ਹੈ ਦੋ ਪਾਰਟੀਆਂ ਦੇ ਆਲੇ ਦੁਆਲੇ ਘੁੰਮਦੀ ਸੀ। ਲੇਕਿਨ ਜਿਹੜਾ ਕ੍ਰਾਈਸਿਸ ਪੈਦਾ ਹੋਇਆ ਜਾਂ ਜੋ ਚੇਂਜ ਆਈ ਉਹ 1995 ਤੋਂ ਤਕਰੀਬਨ ਬਾਅਦ ਦੀਆਂ ਸਾਰੀਆਂ ਚੇਂਜਿਸ ਹੈਗੀਆਂ ਇਹਨਾਂ ਦੋਨਾਂ ਪਾਰਟੀਆਂ ਦੀ। ਮੈਂ ਗੱਲ ਕਰਦਾ ਕਿ 1995 ਤੋਂ ਬਾਅਦ ਬਾਦਲ ਸਾਹਿਬ ਰੀ ਐਮਰਜ ਹੋਏ ਅਕਾਲੀ ਦਲ ਦੇ ਵਿੱਚ। ਇਸੇ ਤਰ੍ਹਾਂ ਹੀ 1997 ਤੋਂ ਬਾਅਦ 1998 ਦੇ ਵਿੱਚ ਮਹਾਰਾਜਾ ਅਮਰਿੰਦਰ ਸਿੰਘ ਜਿਹੜੇ ਸੀ ਉਹ ਕਾਂਗਰਸ ਦੇ ਵਿੱਚ ਦੁਬਾਰਾ ਐਸਟੈਬਲਿਸ਼ ਹੋ ਗਏ। ਇਹ ਜਿਹੜੀ 95 ਦਾ ਪੀਰੀਅਡ ਹੈ ਨਾ ਜਾਂ ਸਾਲ ਹੈ, ਇਹ ਬੜਾ ਇੰਪੋਰਟੈਂਟ ਹੈ ਅਕਾਲੀ ਪੋਲਿਟਿਕਸ ਦੇ ਵਿੱਚ, ਕਿਉਂਕਿ ਇਹਦੇ ਵਿੱਚ ਜਿਹੜੀ ਮੁਕਤਸਰ ਸਾਹਿਬ ਕਾਨਫਰੰਸ ਹੋਈ ਉਹਦੇ ਵਿੱਚ ਜੋ ਅਕਾਲੀ ਦਲ ਦੇ ਵਿੱਚ ਸਟਰਕਚਰਲ ਚੇਂਜਿਸ ਹੋਈਆਂ, ਆਈਡੀਓਲੋਜੀਕਲ ਚੇਂਜਿਸ ਹੋਈਆਂ। ਪਹਿਲਾਂ ਜਿਹੜਾ ਅਕਾਲੀ ਦਲ ਸੀ ਇਟ ਵਾਜ਼ ਓਪਨ ਓਨਲੀ ਟੂ ਦਾ ਸਿੱਖ ਕਮਿਊਨਿਟੀ, ਜੇ ਅਸੀਂ ਪੁਰਾਣਾ ਸੰਵਿਧਾਨ ਦੇਖੀਏ, ਤੇ ਆਈਡੀਓਲੋਜੀਕਲੀ ਜੋ ਪਾਲਿਸੀ ਇਹਨਾਂ ਦੀ ਸੀ ਇਟ ਵਾਜ਼ ਬੇਸਡ ਔਨ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ। ਲੇਕਿਨ ਜਿਹੜੀ ਮੁਕਤਸਰ ਸਾਹਿਬ ਕਾਨਫਰੰਸ ਹੋਈ ਉਹਦੇ ਵਿੱਚ ਸਾਰਾ ਫੋਕਸ ਚੇਂਜ ਹੋ ਗਿਆ। ਇਹ ਪੰਜਾਬੀਆਂ ਦੀ ਪਾਰਟੀ ਬਣ ਗਈ, ਪੰਜਾਬੀਅਤ ਤੇ ਆ ਕੇ ਖੜ ਗਈ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਹੈਗਾ ਖਤਮ ਹੋ ਗਿਆ ਤੇ ਵਿਚਾਰਧਾਰਾ ਦੇ ਤੌਰ ਤੇ, ਸਟਰਕਚਰ ਦੇ ਤੌਰ ਤੇ ਇਹਦੇ ਵਿੱਚ ਕਈ ਚੇਂਜਿਸ ਆਈਆਂ ਜਿਹਦੇ ਕਰਕੇ ਕ੍ਰਾਈਸਿਸ ਵੀ ਆ ਜਾਂਦਾ ਹੈ ਜੀ। ਹੁਣ ਜਦ ਅਸੀਂ ਇਹਦੀ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਕਿ ਹਾਲਤ ਕਿਉਂ ਹੋਈ ਹੈ, ਹਾਲਤ ਇੱਕ ਤਾਂ ਇਹ ਹੈ ਕਿ ਵਿਚਾਰਧਾਰਾ ਦੇ ਤੌਰ ਤੇ ਅਕਾਲੀ ਦਲ ਆਪਣੀ ਵਿਚਾਰਧਾਰਾ ਤੋਂ ਪਿੱਛੇ ਹਟ ਗਿਆ। ਇੱਕ ਤਾਂ ਇਹ ਪ੍ਰੋਬਲਮ ਹੋਈ ਕਿ ਬੀਜੇਪੀ ਦੀ ਸਰਕਾਰ ਬਣ ਗਈ ਔਰ ਦੇ ਸਪੋਰਟਡ ਬੀਜੇਪੀ ਗਵਰਨਮੈਂਟ ਐਟ ਦੀ ਸੈਂਟਰ ਵਿਦਾਊਟ ਐਨੀ ਕੰਡੀਸ਼ਨ। ਜਦ ਕੋਈ ਰੀਜਨਲ ਪਾਰਟੀ ਜਿਹਦੀ ਇੱਕ ਵੱਖਰੀ ਹੋਂਦ ਹੋਵੇ, ਇੱਕ ਰਾਸ਼ਟਰਵਾਦੀ ਪਾਰਟੀ ਨੂੰ ਜਿਹੜਾ ਹੈ ਵਿਦਾਊਟ ਐਨੀ ਕੰਡੀਸ਼ਨ ਸਪੋਰਟ ਦੇ ਦੇਵੇ, ਉਹਦੀਆਂ ਕਈ ਇੰਪਲੀਕੇਸ਼ਨਸ ਹੁੰਦੀਆਂ ਹੈਗੀਆਂ। ਜਿਵੇਂ ਜਿੰਨੇ ਵੀ ਮਸਲੇ ਹੋਏ ਜਿਹੜੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ਸੀ, ਜਿਵੇਂ ਕਿਸੇ ਸਟੇਟ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲੱਗਣਾ ਹੈ, ਕੋਈ ਸਟੇਟ ਤੋੜ ਕੇ ਯੂਨੀਅਨ ਟੈਰੀਟਰੀ ਬਣਾਤੀ, ਕਈ ਤਰ੍ਹਾਂ ਦੇ ਮਸਲੇ ਜਿਹੜੇ ਹੈਗੇ, ਜਾਂ ਸਿਟੀਜ਼ਨ ਅਮੈਂਡਮੈਂਟ ਐਕਟ ਆ ਗਿਆ, ਉਹਨਾਂ ਤੇ ਅਕਾਲੀ ਦਲ ਨੇ ਆਪਣੀ ਆਵਾਜ਼ ਨਹੀਂ ਉਠਾਈ। ਇਸੇ ਤਰ੍ਹਾਂ ਹੀ ਅਕਾਲੀ ਦਲ ਜਿਹੜੇ ਮੁੱਦੇ ਸ਼ੁਰੂ ਤੋਂ ਉਠਾਉਂਦਾ ਆ ਰਿਹਾ ਸੀ, ਚਾਹੇ ਰਿਵਰ ਵਾਟਰ ਇਸ਼ੂ ਹੈ, ਚਾਹੇ ਚੰਡੀਗੜ੍ਹ ਦਾ ਇਸ਼ੂ ਹੈ, ਚਾਹੇ ਪੰਜਾਬੀ ਸਪੀਕਿੰਗ ਏਰੀਆ ਦਾ ਇਸ਼ੂ ਹੈ, ਇਹਨਾਂ ਸਾਰਿਆਂ ਤੇ ਅਕਾਲੀ ਦਲ ਦੀ ਚੁੱਪੀ ਨਾਲ ਜਿਹੜਾ ਹੈਗਾ ਨਾ, ਕਿਉਂਕਿ ਜਦ ਕਿਸੇ ਪਾਰਟੀ ਦਾ ਦੋ ਤਰ੍ਹਾਂ ਦਾ ਮੇਰੇ ਹਿਸਾਬ ਨਾਲ ਸਪੋਰਟ ਬੇਸ ਹੁੰਦਾ ਹੈ, ਇੱਕ ਹੈ ਕੋਰ ਸਪੋਰਟ ਬੇਸ, ਇੱਕ ਹੈ ਪੈਰੀਫੇਰਲ। ਪੈਰੀਫੇਰਲ ਦਾ ਮਤਲਬ ਇਹ ਹੈਗਾ ਆਣਾ ਜਾਣਾ ਹੈਗਾ, ਕਦੇ ਹਵਾ ਦੇ ਨਾਲ ਉਧਰ ਨੂੰ ਚਲਿਆ ਗਿਆ, ਕਦੇ ਹਵਾ ਦੇ ਨਾਲ ਇੱਧਰ ਨੂੰ ਆ ਗਿਆ। ਇੱਕ ਹੁੰਦਾ ਕੋਰ ਸਪੋਰਟ ਬੇਸ ਜਾਂ ਕੋਰ ਵੋਟ ਬੈਂਕ ਜਿਹਨੂੰ ਅਸੀਂ ਕਹਿੰਦੇ ਹਾਂ। ਜਿਵੇਂ ਅਕਾਲੀ ਦਲ ਪੰਥਕ ਪਾਰਟੀ ਹੈ, ਜਿਹੜੇ ਪੰਥਕ ਸੋਚ ਵਾਲੇ ਲੋਕ ਸੀ ਉਹ ਉਹਦਾ ਕੋਰ ਵੋਟ ਬੈਂਕ ਸੀ। ਲੇਕਿਨ ਉਹਨਾਂ ਨੂੰ ਨਿਰਾਸ਼ਾ ਹੋਈ ਜੋ ਅਕਾਲੀ ਦਲ ਦੀ ਵਰਕਿੰਗ ਰਹੀ। ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਦੀਆਂ ਕਮਰਸ਼ਲਾਈਜੇਸ਼ਨ ਹੋ ਗਈ, ਸਰਮਾਏਦਾਰ ਲੋਕ ਐਂਟਰ ਕਰਨ ਲੱਗ ਗਏ। ਮੈਨੂੰ ਪਤਾ ਹੈ ਕਿ ਕਿਵੇਂ ਇੰਡਸਟਰੀਅਲਿਸਟਾਂ ਨੂੰ, ਕਿਵੇਂ ਸਰਮਾਏਦਾਰਾਂ ਨੂੰ, ਕਿਵੇਂ ਬਿਊਰੋਕਰੇਟਸ ਨੂੰ ਫੜ ਕੇ ਟਿਕਟਾਂ ਦਿੱਤੀਆਂ ਗਈਆਂ। ਮੈਂ ਸੰਗਰੂਰ ਡਿਸਟ੍ਰਿਕਟ ਦੀ ਗੱਲ ਕਰਦਾ। ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸਾਡੇ 4 ਮੇਨ ਇੰਡਸਟਰੀਅਲਿਸਟ ਹੈਗੇ। ਇੱਕ ਤਾਂ ਮਲੇਰਕੋਟਲੇ ਤੋਂ ਟਿਕਟ ਦਿੱਤੀ ਗਈ, ਇੱਕ ਧੂਰੀ ਤੋਂ ਸਰਦਾਰ ਹਰੀ ਸਿੰਘ ਨੂੰ ਦਿੱਤੀ ਗਈ,
ਇਸੇ ਤਰ੍ਹਾਂ ਰਜਿੰਦਰ ਗੁਪਤੇ ਦੇ ਪਿੱਛੇ ਬਹੁਤ ਜ਼ਿਆਦਾ ਫਿਰੇ ਬਰਨਾਲੇ ਤੋਂ ਵੀ ਇਲੈਕਸ਼ਨ ਲੜ ਲੈ। AR ਸ਼ਰਮੇ ਨੂੰ ਧੂਰੀ ਤੋਂ ਬਹੁਤ ਜ਼ੋਰ ਲਗਾਇਆ ਰਾਈਸੀਲਾ ਵਾਲੇ ਨੂੰ ਕਿ ਤੁਸੀਂ ਇਲੈਕਸ਼ਨ ਲੜ ਲਓ। ਇਸੇ ਤਰ੍ਹਾਂ ਇਜ਼ਹਾਰ ਆਲਮ ਦੀ ਐਂਟਰੀ, ਬਿਊਰੋਕਰੇਟਸ ਦੀ ਐਂਟਰੀ, ਦਰਬਾਰਾ ਸਿੰਘ ਦੀ ਐਂਟਰੀ, ਵਰਕਰ ਨੂੰ ਇਗਨੋਰ ਕਰਤਾ ਤੇ ਜਿਹੜੇ ਸਰਮਾਏਦਾਰ ਸੀ, ਜਿਹੜੇ ਕਨੈਕਸ਼ਨ ਵਾਲੇ ਲੋਕ ਸੀ, ਉਹਨਾਂ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਆਉਣਾ ਤੇ ਵਿਚਾਰਧਾਰਾ ਤੇ ਉਸ ਤਰ੍ਹਾਂ ਦਾ ਪਹਿਰਾ ਨਾ ਦੇਣਾ। ਪਰ ਇੱਕ ਗੱਲ ਇਹ ਵੀ ਹੈ ਕਿ ਅਸੀਂ ਥੋੜਾ ਜਿਹਾ ਨਾ ਇਹਨੂੰ ਗੱਲ ਨੂੰ ਕਨਫਿਊਜ਼ ਕਰ ਜਾਂਦੇ ਹਾਂ। ਅਸੀਂ ਹਜੇ ਵੀ ਅਕਾਲੀ ਦਲ ਨੂੰ ਪੰਥਕ ਪਾਰਟੀ ਕਹੀ ਜਾਂਦੇ ਹਾਂ, ਹਾਲਾਂਕਿ ਪੰਥਕ ਪਾਰਟੀ ਵਾਲਾ ਕਰੈਕਟਰ ਜਿਹੜਾ ਹੈਗਾ ਉਹਨਾਂ ਨੂੰ 1995 ਦੇ ਵਿੱਚ ਬਿਲਕੁਲ ਲੀਗਲੀ ਤਿਆਗਤਾ। ਇਹ ਠੀਕ ਹੈ ਕਿ ਇੱਕ ਮਜਬੂਰੀ ਹੈ, ਜਿਵੇਂ ਡਾਕਟਰ ਬਲਕਾਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ SGPC ਦੀ ਇਲੈਕਸ਼ਨ ਲੜਨੀ ਹੁੰਦੀ ਹੈ। SGPC ਬਹੁਤ ਇੰਪੋਰਟੈਂਟ ਹੈ, SGPC ਤੋਂ ਬਗੈਰ ਅਕਾਲੀ ਪੋਲਿਟਿਕਸ ਚੱਲ ਨਹੀਂ ਸਕਦੀ, ਇਸ ਕਰਕੇ ਉਹਨਾਂ ਨੂੰ ਪੰਥਕ ਏਜੰਡਾ ਰੱਖਣਾ ਪੈਂਦਾ ਹੈ। ਪਰ ਸਿਆਸਤ ਦੇ ਵਿੱਚ ਜਿਹੜੀ ਉਹਨਾਂ ਦੀ ਪੰਥਕ ਜਿਹੜੀ ਵਿਚਾਰਧਾਰਾ ਹੈ ਉਹ ਉਹਨਾਂ ਨੇ ਲੀਗਲੀ ਤਾਂ ਤਿਆਗ ਹੀ ਦਿੱਤੀ ਹੈ। ਇਹ ਜਿਹੜੀਆਂ ਇਹਦੇ ਵਜ੍ਹਾ ਕਰਕੇ ਨਾ ਜਿਹੜੀ ਪ੍ਰੋਬਲਮਸ ਆਉਂਦੀ ਹੈ, ਹੁਣ ਜਦ ਤੱਕ ਤਾਂ ਸੈਂਟਰ ਰੂਲਿੰਗ ਪਾਰਟੀ ਜਿਹੜੀ ਹੈਗੀ ਤੁਹਾਡੀ ਵਿਰੋਧੀ ਪਾਰਟੀ ਹੈ, ਕੋਈ ਪ੍ਰੋਬਲਮ ਨਹੀਂ, ਤੁਸੀਂ ਮਸਲਿਆਂ ਤੇ ਲੜਦੇ ਹੋ, ਤੁਸੀਂ ਆਪਣੀ ਐਗਜ਼ਿਸਟੈਂਸ ਸ਼ੋਅ ਕਰਦੇ ਹੋ, ਜਿਵੇਂ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ। ਪਰ ਜਦ ਤੁਹਾਡੀ ਭਾਈਵਾਲ ਪਾਰਟੀ ਆ ਗਈ, BJP ਪਾਰਟੀ ਆ ਗਈ, ਤੁਸੀਂ ਕਿਸੇ ਇਸ਼ੂ ਤੇ ਬੋਲੇ ਹੀ ਨਹੀਂ, ਤੁਸੀਂ ਅਨਕੰਡੀਸ਼ਨਲ ਸਪੋਰਟ ਦੇਤੀ। ਇਹਦੇ ਨਾਲ ਜਿਹੜਾ ਕੋਰ ਵੋਟ ਬੈਂਕ ਹੈ ਨਾ ਅਕਾਲੀ ਦਲ ਦਾ, ਉਹ ਨਾਰਾਜ਼ ਹੋਇਆ ਤੇ ਉਹਨਾਂ ਦੀ ਜਿਹੜੀ ਨਾਰਾਜ਼ਗੀ ਹੈ ਇਹ ਪ੍ਰੋਬਲਮ ਆ ਜਾਂਦੀ ਹੈ। ਇਹਦੀ ਵਜ੍ਹਾ ਕਰਕੇ ਡਿਕਲਾਈਨ ਹੋਇਆ ਹੈਗਾ। ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਚੜ੍ਹਤਾ। ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਪਿੱਛੇ ਬਾਕਾਇਦਾ 1982 ਦੇ ਵਿੱਚ ਤੁਹਾਨੂੰ ਪਤਾ ਧਰਮ ਯੁੱਧ ਮੋਰਚਾ ਲੱਗਿਆ ਔਰ ਉਹਦੀ ਮੁੱਖ ਡਿਮਾਂਡ ਹੀ ਇਹੀ ਸੀ ਕਿ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਇੰਪਲੀਮੈਂਟ ਕੀਤਾ ਜਾਵੇ। ਉਹਦੇ 'ਚ ਕੀ ਸੀ, ਮੇਨ ਜਿਹੜਾ ਰਾਜਸੀ ਟੀਚਾ ਸੀ ਅਕਾਲੀ ਦਲ ਦਾ, ਉਹ ਕੀ ਮਿੱਥਾ ਗਿਆ ਸੀ ਕਿ ਅਜਿਹਾ ਦੇਸ਼ ਕਾਲ ਘੜਨਾ ਜਿਹਦੇ ਵਿੱਚ ਸਿੱਖਾਂ ਦੀਆਂ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਹੋ ਸਕੇ, ਇਹ ਸੀ। ਔਰ ਦੂਸਰੀ ਗੱਲ ਇਹ ਸੀ ਕਿ ਇੰਡੀਆ ਜਿਹੜਾ ਹੈਗਾ ਤਕਰੀਬਨ ਕਨਫੈਡਰਲ ਸਟੇਟ ਅਕਾਲੀ ਮੰਗਦੇ ਸੀ ਕਿ 5 ਸਬਜੈਕਟਸ ਨੂੰ ਛੱਡ ਕੇ ਜਿਹੜੇ ਰਾਸ਼ਟਰੀ ਮਹੱਤਤਾ ਵਾਲੇ ਹੈਗੇ, ਜਿਵੇਂ ਡਿਫੈਂਸ, ਫੋਰਨ ਅਫੇਅਰਸ, ਕਰੰਸੀ, ਟੈਲੀਕਮਿਊਨੀਕੇਸ਼ਨ, ਰੇਲਵੇ, ਇਹਨਾਂ ਨੂੰ ਛੱਡ ਕੇ ਕਹਿੰਦੇ ਸੀ ਬਾਕੀ ਸਾਰੇ ਸਟੇਟਾਂ ਨੂੰ ਦੇ ਦਿਓ। ਇੰਨੀ ਜ਼ਿਆਦਾ ਮਤਲਬ ਵੋਕਲ ਸੀ ਅਕਾਲੀ ਦਲ ਟੂਵਰਡਸ ਦਾ ਡਿਮਾਂਡ ਫਾਰ ਸਟੇਟ ਆਟੋਨੋਮੀ। ਲੇਕਿਨ ਇਹਦੇ ਉਲਟ ਜਿਹੜਾ ਹੈਗਾ ਉਹ ਹੋ ਗਿਆ ਜਦ BJP ਦੀ ਸਰਕਾਰ ਸੈਂਟਰ ਦੇ ਵਿੱਚ ਬਣ ਗਈ। ਕਈ ਰਾਜਾਂ ਦੇ ਵਿੱਚ ਨਜਾਇਜ਼ ਤੌਰ ਤੇ ਪ੍ਰੈਜ਼ੀਡੈਂਟ ਰੂਲ ਲੱਗਿਆ, ਕਈਆਂ ਦੇ ਵਿੱਚ ਸਟੇਟਾਂ ਤੋੜ ਕੇ ਯੂਨੀਅਨ ਟੈਰੀਟਰੀਆਂ ਬਣਾਤੀਆਂ, ਸਿਟੀਜ਼ਨਸ਼ਿਪ ਐਕਟ ਹੋਇਆ, ਕਈ ਅਨਫੈਡਰਲ ਜਿਹੜੀਆਂ ਗੱਲਾਂ ਹੋਈਆਂ ਜਿਹਦੇ ਤੇ ਅਕਾਲੀ ਦਲ ਆਪਣੀ ਵਿਚਾਰਧਾਰਾ ਦੇ ਹਿਸਾਬ ਨਾਲ, ਜਿਹੜੀ ਪੁਰਾਣੀ ਉਹਦੀ ਲੈਗੇਸੀ ਸੀ, ਉਹਦੇ ਹਿਸਾਬ ਨਾਲ ਉਹਨੂੰ ਪਹਿਰਾ ਦੇਣਾ ਚਾਹੀਦਾ ਸੀ, ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ, ਉਹਨੇ ਆਵਾਜ਼ ਬੁਲੰਦ ਨਹੀਂ ਕੀਤੀ। ਇਹ ਸਾਰੀਆਂ ਗੱਲਾਂ ਨੇ ਜਿਹੜੀ ਹੈਗੀ ਉਹਦੇ ਕੋਰ ਵੋਟ ਬੈਂਕ ਦੇ ਵਿੱਚ ਜਿਹੜੀ ਹੈਗੀ ਇੱਕ ਮਾਯੂਸੀ ਵਾਲਾ ਆਲਮ ਆ ਗਿਆ। ਉਹਨਾਂ ਨੇ ਆਪਣੇ ਆਪ ਨੂੰ ਇੱਕ ਓਪਨ ਪਾਰਟੀ ਸ਼ੋਅ ਕਰਨ ਦੇ ਚੱਕਰ ਦੇ ਵਿੱਚ ਆਪਣਾ ਜਿਹੜਾ ਪੰਥਕ ਬੇਸ ਹੈਗਾ ਉਹ ਖੋਲਿਆ। ਇਸੇ ਕਰਕੇ ਤੁਹਾਨੂੰ ਪਤਾ ਹੈ ਕਿ ਆਪ ਦੀ ਐਮਰਜੈਂਸੀ ਔਰ 2017 ਦੇ ਵਿੱਚ ਬੇਅਦਬੀ ਦਾ ਜਿਹੜਾ ਮੁੱਦਾ ਹੈਗਾ ਉਹ ਵੀ ਉਹਨਾਂ ਤੇ ਟੈਗ ਲੱਗ ਗਿਆ। ਇਹ ਸਾਰੀਆਂ ਗੱਲਾਂ ਨੇ ਨਾ ਬਹੁਤ ਡੈਮੇਜ ਕੀਤਾ ਅਕਾਲੀ ਦਲ ਨੂੰ। 2017 ਦੇ ਵਿੱਚ ਇੰਨੀ ਬੁਰੀ ਜਿਹੜੀ ਡਿਫੀਟ ਹੋਈ, ਉਹ ਸਿਰਫ ਡਿਫੀਟ ਨਹੀਂ ਸੀ, ਇੱਕ ਉਹ ਇੰਡੀਕੇਸ਼ਨ ਸੀ ਕਿ ਅਕਾਲੀ ਦਲ ਕਿਵੇਂ ਆਪਣਾ ਸਪੋਰਟ ਬੇਸ ਲੂਜ਼ ਕਰ ਰਿਹਾ ਹੈ। ਤੇ ਜਿਹੜੀ ਥਰਡ ਪਾਰਟੀ ਦੀ ਐਂਟਰੀ ਹੈ, ਕਿਉਂਕਿ ਪੰਜਾਬ ਦੇ ਵਿੱਚ ਬੜੀ ਕੋਸ਼ਿਸ਼ਾਂ ਹੋਈਆਂ ਕਿ ਕੋਈ ਥਰਡ ਆਲਟਰਨੇਟਿਵ ਪੈਦਾ ਹੋ ਜਾਵੇ, ਲੇਕਿਨ ਹੋਇਆ ਨਹੀਂ ਸੀ। ਪਹਿਲੀ ਵਾਰ ਹੋਇਆ 2014 ਦੇ ਵਿੱਚ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਇੱਕ ਰੀਜਨਲ ਪਾਰਟੀ ਇੱਥੇ ਆ ਕੇ ਐਸਟੈਬਲਿਸ਼ ਹੋ ਗਈ। ਲੋਕ ਸਭਾ ਦੀਆਂ 4 ਸੀਟਾਂ ਹੋਈਆਂ, ਜੇ ਉਹਨਾਂ ਨੂੰ ਕਨਵਰਟ ਕਰਕੇ ਦੇਖੀ ਤਾਂ 33 ਸੀਟਾਂ ਹੋ ਗਈਆਂ ਸੀ। ਔਰ 2017 ਦੇ ਵਿੱਚ ਅੰਡਰ ਕਰੰਟ ਇਹ ਸੀ ਕਿ ਸ਼ਾਇਦ ਇਹਦੀ ਸਰਕਾਰ ਵੀ ਬਣ ਸਕਦੀ ਆਪ ਦੀ, ਪਰ ਜਿਵੇਂ ਸਾਨੂੰ ਇੱਕ ਲੋਕਾਂ ਦੀ ਪਰਸੈਪਸ਼ਨ ਹੈ ਕਿ ਦੋਨੋਂ ਮੇਜਰ ਪਾਰਟੀਆਂ ਮਿਲ ਗਈਆਂ ਤਾਂ ਕਿ ਇਹਦੀ ਸਰਕਾਰ ਨਾ ਬਣ ਸਕੇ। ਤੇ ਇਹ ਮਿਲਣ ਮਿਲਾਣ ਦਾ ਜਿਹੜਾ ਚੱਕਰ ਹੈ ਨਾ, ਇਹਨੇ ਵੀ ਬੜਾ ਡੈਮੇਜ ਕੀਤਾ ਦੋਨਾਂ ਪਾਰਟੀਆਂ ਨੂੰ। ਬਿਲਕੁਲ ਜਿਹੜੇ ਦੋਸ਼ ਰਲੇ ਹੋਣ ਦੇ ਲੱਗਦੇ ਰਹੇ ਉਹਨਾਂ ਨੇ ਵੀ ਮਾਰਿਆ ਔਰ ਉਹਦੇ ਤੋਂ ਅਜੇ ਵੀ ਨਿਜਾਤ ਨਹੀਂ ਮਿਲੀ।
ਹੁਣ ਵੀ ਅਕਾਲੀ ਦਲ ਜਿਹੜਾ ਕਾਂਗਰਸ ਤੇ ਅੰਦਰਲਾ ਰਿਫਟ ਹੈ ਉਹਦੇ ਵਿੱਚ ਹਾਂਜੀ ਜਿਹੜਾ ਵੋਕਲ ਹੈ ਉਹਨੂੰ ਟਾਰਗੇਟ ਕਰ ਰਿਹਾ, ਅਜੇ ਵੀ ਉਹ ਸੱਤਾ ਦੇ ਨੇੜੇ ਰਹਿਣਾ ਚਾਹ ਰਿਹਾ। ਜੋ ਘਟਨਾਕ੍ਰਮ ਹੁੰਦਾ ਉਹ ਸਰਕਾਰ ਦੇ ਮੁਖੀ ਦੇ ਖਿਲਾਫ ਖੁੱਲ ਕੇ ਨਹੀਂ ਬੋਲਦੇ, ਰਾਦਰ ਜਿਹੜਾ ਖਿਲਾਫ ਸਰਕਾਰ ਦੇ ਖਿਲਾਫ ਬਗਾਵਤ ਕਰ ਰਿਹਾ ਇਸ਼ੂਸ ਦੇ ਉੱਤੇ ਉਹਦੇ ਖਿਲਾਫ ਬੋਲਣ 'ਚ ਜ਼ਿਆਦਾ ਰੁਚਿਤ ਨੇ। ਸ਼ਾਇਦ ਅਜੇ ਉਹਨਾਂ ਨੂੰ ਅਜੇ ਵੀ ਸਮਝ ਨਹੀਂ ਆਈ ਕਿ ਵੋਟ ਕਿੱਥੇ ਖੜੀ ਹੈ। ਮੈਂ ਪ੍ਰੋਫੈਸਰ ਸਾਹਿਬ ਵੱਲ ਜਾਣਾ ਚਾਹੂੰਗਾ। ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਜਮਸ਼ੀਦ ਅਲੀ ਖਾਨ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਨੇ, ਸੱਚਮੁੱਚ ਇਹੀ ਇਸ਼ੂ ਨੇ। ਮੈਨੂੰ ਹੁਣ ਤੁਸੀਂ ਇਹ ਦੱਸੋ ਪ੍ਰੋਫੈਸਰ ਬਲਕਾਰ ਸਿੰਘ ਕਿ ਜਿਹੜੇ ਅਕਾਲੀ ਦਲ ਨੇ ਆਪਣਾ ਸਰੂਪ ਬਦਲ ਲਿਆ, ਪੰਥਕ ਤੋਂ ਪੰਜਾਬੀ ਬਣਾ ਲਿਆ, ਇਹ ਸੰਕਟ ਉਹਨਾਂ ਨੂੰ ਸੰਵਿਧਾਨਕ ਲੱਗਦਾ ਸੀਗਾ ਕਿ ਸਾਨੂੰ ਚੋਣ ਕਮਿਸ਼ਨ ਨੇ ਇਲੈਕਸ਼ਨ ਨਹੀਂ ਲੜਨ ਦੇਣੀ, ਕਿਉਂਕਿ ਉਹਨੇ ਕਿਹਾ ਸੀ ਕਿ ਧਰਮ ਨਿਰਪੱਖ ਹੋ ਕੇ ਆਓ, ਫਿਰ ਤੁਸੀਂ ਅਸੈਂਬਲੀ ਜਾਂ ਜਿਹੜੀਆਂ ਸੰਸਦ ਦੀਆਂ ਪੌੜੀਆਂ ਚੜੋਗੇ। ਪਰ ਇਹਨਾਂ ਮਾਮਲਿਆਂ ਦੇ ਵਿੱਚ ਉਹ ਦੋਹਰਾ ਰੁਖ ਫਿਰ ਰੱਖ ਗਿਆ ਜਦੋਂ ਉਹਨੇ ਦਿੱਲੀ ਕਮੇਟੀ ਔਰ ਸ਼੍ਰੋਮਣੀ ਕਮੇਟੀ ਲੜਨ ਲਈ ਆਪਣਾ ਸੰਵਿਧਾਨ ਵੱਖਰਾ ਰੱਖਿਆ। ਹੁਣ ਹੁਸ਼ਿਆਰਪੁਰ ਦੀ ਕੋਰਟ ਦੇ ਵਿੱਚ ਤਲਬ ਕੀਤੇ ਗਏ ਸੰਮਣ ਹੋਏ, ਜ਼ਮਾਨਤਾਂ ਕਰਾਉਣੀਆਂ ਪੈ ਗਈਆਂ, ਔਰ ਇਸੇ ਤਰ੍ਹਾਂ ਦਿੱਲੀ ਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਖੈੜਾ ਸਾਹਿਬ ਨੇ ਕੀਤੇ ਹੋਏ ਹੁਸ਼ਿਆਰਪੁਰ ਆਧਾਰਿਤ ਸੋਸ਼ਲਿਸਟ ਪਾਰਟੀ ਦੇ ਹੈਗੇ ਨੇ, ਉਹਨਾਂ ਨੇ ਇਹ ਚੈਲੰਜ ਕੀਤੇ। ਹੁਣ ਮੈਨੂੰ ਦੱਸੋ ਵੀ ਪਾਰਟੀ ਕਰੇ ਕੀ? ਸੰਕਟ ਖੜਾ ਹੋ ਗਿਆ, ਸੰਵਿਧਾਨ ਦੇ ਲੋੜ ਅਨੁਸਾਰ ਇਹਨਾਂ ਨੂੰ ਧਰਮ ਨਿਰਪੱਖ ਰਹਿਣਾ ਤੇ ਧਾਰਮਿਕ ਇਲੈਕਸ਼ਨ ਲੜਨ ਲਈ ਕਮੇਟੀ ਦੀਆਂ ਇਹਨਾਂ ਨੂੰ ਧਰਮੀ ਵੀ ਰਹਿਣਾ। ਐਸੀ ਸਥਿਤੀ 'ਚ ਮੰਨ ਲਓ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਵੋ, ਪ੍ਰਕਾਸ਼ ਸਿੰਘ ਬਾਦਲ ਦੀ ਜਗ੍ਹਾ ਤੁਸੀਂ ਹੋਵੋ ਜਾਂ ਸੁਖਬੀਰ ਦੀ ਬਾਦਲ ਦੀ ਜਗ੍ਹਾ ਤੁਸੀਂ ਹੋਵੋ, ਤੇ ਕੀ ਕਰੋਗੇ ਪ੍ਰੋਫੈਸਰ ਬਲਕਾਰ ਸਿੰਘ? ਮੈਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਜਿਹੜਾ ਖਾਨ ਸਾਹਿਬ ਨੇ ਕਿਹਾ, ਜੋ ਡਾਟਾ ਦਿੱਤਾ, ਡਾਟਾ ਕਰਕੇ ਜੋ ਬਹੁਤ ਖੂਬਸੂਰਤ ਨਤੀਜੇ ਕੱਢੇ ਨੇ, ਉਹਨੂੰ ਮੈਂ ਜੇ ਲਫ਼ਜ਼ ਕਹਿਣਾ ਹੋਵੇ ਤੇ ਇਸ ਵੇਲੇ ਜਿਹੜੀ ਡਿਵਾਈਡ ਹੈ ਸਾਡੇ ਸਾਹਮਣੇ, ਐਗਜ਼ਿਸਟੈਂਸ਼ੀਅਲ ਸਿਚੁਏਸ਼ਨ ਜਿਹੜੀ ਆ ਉਹ ਹੈ ਲੀਡਰ, ਕਾਡਰ ਤੇ ਵੋਟਰ। ਇਹ ਤਿੰਨੇ ਆਪਣੀ ਆਪਣੀ ਥਾਂ ਖੜੇ ਨੇ ਜੀ। ਜੇ ਮਤਲਬ ਲੀਡਰ ਜਿਹੜਾ ਨਾ, ਲੀਡਰ ਦੇ ਮਾਮਲਾ ਕੀ ਹੈ ਵੀ ਲੀਡਰ ਨੂੰ ਜੇ ਆਪਣੀ ਨੈਤਿਕਤਾ ਨਹੀਂ ਨਿਭਾਏਗਾ, ਜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਏਗਾ ਪਾਰਟੀ ਦੀ, ਤੇ ਨੈਚੁਰਲੀ ਉਹਦਾ ਡਿਸਕ੍ਰੈਡਿਟ ਹੋਏਗਾ। ਮੈਂ ਸਮਝਦਾ ਕਿ ਹੁਣ ਇਸ ਵੇਲੇ ਅਕਾਲੀ ਦਲ ਦਾ ਪ੍ਰਧਾਨ ਤੁਸੀਂ ਮੈਨੂੰ ਕਿਹਾ ਜੇ ਮੈਂ ਹੋਵਾਂ ਤੇ ਮੈਂ ਸਭ ਤੋਂ ਪਹਿਲਾਂ ਆਪਣਾ ਸਾਰੇ ਜਿਹੜੇ ਮੇਰੇ ਸਾਹਮਣੇ ਬੁੱਧੀਜੀਵੀ ਨੇ ਜਾਂ ਜਿਹਨਾਂ ਨੂੰ ਉਹ ਚੇਤਨ ਲੋਕ ਮੰਨਦਾ, ਉਹਨਾਂ ਦੀ ਜ਼ਿੰਮੇਵਾਰੀ ਲਵਾਂ ਕਿ ਉਹ ਆਮ ਸਿੱਖ ਤੇ ਬਨਾਮ ਪ੍ਰਧਾਨ ਦੇ ਬਾਰੇ ਵਿੱਚ ਇਹ ਦੱਸਣ ਕਿ ਆਮ ਸਿੱਖ ਨੂੰ ਪ੍ਰਧਾਨ ਨਾਲ ਕਿਵੇਂ ਲਵੇ, ਕਿਉਂਕਿ ਪਾਰਟੀ ਉਹਨਾਂ ਚਿਰ ਨਹੀਂ ਬਚ ਸਕਦੀ ਜਿੰਨਾ ਚਿਰ ਆਮ ਬੰਦਾ, ਆਮ ਸਿੱਖ ਉਹਦੇ ਨਾਲ ਨਹੀਂ ਲੱਗਦਾ। ਆਮ ਬੰਦਾ ਕਹਿ ਦਿਓ, ਪੰਜਾਬੀ ਬੰਦਾ ਨਹੀਂ ਲੱਗਦਾ। ਮੈਂ ਸਮਝਦਾ ਕਿ ਇਸ ਵੇਲੇ ਤੇ ਹਾਲਤ ਇਹ ਹੈ ਕਿ ਕੋਈ ਅਕਾਲੀ ਦਲ ਦੇ ਪੈਰੋਂ ਨਾ ਕਿਤੇ ਜਥੇਦਾਰ ਅਕਾਲ ਤਖਤ ਦਿਸਦਾ ਹੈ, ਨਾ ਕੋਈ ਪ੍ਰਧਾਨ ਸ਼੍ਰੋਮਣੀ ਕਮੇਟੀ ਗੱਲ ਦਿਸਦਾ ਹੈ। ਸਾਰੇ ਜਿਹੜੇ ਨੇ ਉਹਨਾਂ ਦੇ ਥੱਲੇ ਆਏ ਹੋਏ ਨੇ ਤੇ ਉਹਨਾਂ ਨੇ ਮੈਂ ਸਭ ਤੋਂ ਪਹਿਲਾਂ ਇਹ ਕਰਾਂ ਕਿ ਤੁਸੀਂ ਇੰਸਟੀਟਿਊਸ਼ਨ ਜਿਹੜੇ ਨੇ ਉਹ ਇੰਡੀਪੈਂਡੈਂਟਲੀ ਗਰੋ ਕਰਨ ਤਾਂ ਕਿ ਅਸੀਂ ਉਹਦੇ ਨਾਲ ਇਹਦੇ ਨਾਲ ਹੋਇਆ ਕੀ ਹੈ ਕਿ ਇਹਦੇ ਨਾਲ ਇੱਕ ਕਿਸਮ ਦੀ ਸਿਆਸੀ ਗੁੰਡਾਗਰਦੀ ਸ਼ੁਰੂ ਹੋ ਗਈ ਹੈ। ਮੈਂ ਐਗਜ਼ਾਮਪਲ ਦੇ ਕੇ ਦੱਸਣਾ ਚਾਹੁੰਦਾ ਕਿ ਜਿਵੇਂ ਮਤਲਬ ਜੋ ਫਿਕਰਾ ਮਤਲਬ ਬੜਗਾੜੀ ਵੇਲੇ ਕਿਹਾ ਸੀਗਾ ਉਹ ਸਲਸੇ ਵਾਲੇ ਸੰਤਾਂ ਦੇ ਲੋਕਾਂ ਨੇ ਕਿ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ, ਲੱਭ ਸਕਦੇ ਲੱਭ ਲਓ, ਬਚਾ ਸਕਦੇ ਬਚਾ ਲਓ। ਸੁਖਬੀਰ ਦਾ ਚਿੰਤਪੁਰਨੀ ਜਾਣਾ ਇਹੋ ਜਿਹਾ ਹੀ ਚੈਲੰਜ ਹੈ ਕਿ ਮੈਂ ਉੱਥੇ ਗਿਆ, ਤੁਸੀਂ ਕਰ ਲਓ ਜੋ ਕੁਝ ਕਰਨਾ ਹੈ। ਹੁਣ ਇਹ ਗੱਲ ਜਿਹੜੀ ਹੈ ਇਹ ਸੁਖਬੀਰ ਵਾਸਤੇ ਨਹੀਂ ਹੈ, ਇਹ ਪੰਥਕ ਵਾਸਤੇ ਹੈ, ਸਿੱਖਾਂ ਵਾਸਤੇ ਹੈ। ਜਿਹੜੇ ਪੰਥਕ ਜਿਹੜੀ ਧਰੋਹਰ ਨੂੰ ਜਦੋਂ 1920 ਚ ਸਿਆਸੀ ਪਾਰਟੀ ਬਣੀ ਸੀ ਉਹਦਾ ਤੇ ਵਿਧਾਨ ਹੀ ਛੱਡਿਆ। ਖਾਨ ਸਾਹਿਬ ਨੇ ਠੀਕ ਕਿਹਾ ਕਿ ਡਾਕਟਰ ਸਾਹਿਬ ਨੇ ਵੀ ਉਹ ਜਿਹੜਾ ਛੱਡਦੇ ਹੀ ਅਨੰਦਪੁਰ ਦਾ ਮਤਾ ਵੀ ਦਿੱਤਾ। ਅਸੀਂ ਛੱਡਦੇ ਪ੍ਰਾਣ ਛੱਡਣ ਤੱਕ ਗਏ ਹੋਏ ਹਾਂ, ਪਾਰਟੀ ਨੂੰ ਬਹੁਤ ਦੂਰ ਤੱਕ ਲੈ ਗਏ ਹੋਏ ਹਾਂ। ਇਹਦੇ ਚੋਂ ਬਚਣ ਵਾਸਤੇ ਇੱਕੋ ਹੀ ਤਰੀਕਾ ਇਹ ਹੈ ਕਿ ਮਤਲਬ ਜੜ੍ਹਾਂ ਵੱਲ ਜਾਣਾ ਪਏਗਾ। ਪਾਰਟੀ ਵਿੱਚ ਮਤਲਬ ਮਾਲਕਾਂ ਵਾਂਗੂ ਬਿਹੇਵ ਨਾ ਕਰੀਏ, ਵਾਰਸਾਂ ਵਾਂਗੂ ਬਿਹੇਵ ਕਰੀਏ। ਅਸਲ ਪ੍ਰੋਬਲਮ ਇਹ ਹੈ, ਇਹ ਪ੍ਰੋਬਲਮ ਨਹੀਂ ਹੈ ਕਿ ਵਿਧਾਨ ਦੀ ਕੀ ਪ੍ਰੋਬਲਮ ਹੈ। ਪਰ ਪ੍ਰੋਫੈਸਰ ਸਾਹਿਬ ਉਹ ਕਹਿ ਦੇਣਗੇ ਕਿ ਸਾਨੂੰ ਸੰਵਿਧਾਨ ਕਹਿੰਦਾ ਧਰਮ ਨਿਰਪੱਖ ਹੋ ਕੇ ਆਓ, ਅਸੀਂ ਧਰਮ ਨਿਰਪੱਖ ਹੈ, ਇਸੇ ਕਰਕੇ ਅਸੀਂ ਚਿੰਤਪੁਰਨੀ ਜਾਈਏ ਜਾਂ ਅਸੀਂ ਜਾਮਾ ਮਸਜਿਦ 'ਚ ਜਾਈਏ ਜਾਂ ਅਸੀਂ ਕਿਧਰੇ ਗਿਰਜਾ ਘਰ ਦੇ ਵਿੱਚ ਜਾਈਏ, ਤੁਹਾਨੂੰ ਕੀ ਤਕਲੀਫ ਆ? ਜਦੋਂ ਉਹ ਸਵਾਲ ਕਰਨਗੇ ਫਿਰ ਅਸੀਂ ਜਵਾਬ ਕੀ ਦਈਏ? ਮੈਂ ਇੱਕ ਪ੍ਰੋਫੈਸਰ ਤੋਂ ਨਹੀਂ ਸਵਾਲ ਪੁੱਛ ਰਿਹਾ, ਮੈਂ ਇੱਕ ਚੇਤਨ ਜਿਹੜੇ ਪੜ੍ਹੇ ਲਿਖੇ ਵਿਅਕਤੀ ਜਿਹੜੇ ਜਿਨ੍ਹਾਂ ਦੀ ਸਮਝ ਇੰਨੀ ਵਿਸ਼ਾਲ ਹੈ ਕਿ ਲੀਡਰਸ਼ਿਪ ਉਹਨਾਂ ਨੂੰ ਸੁਣਦੀ ਹੈ। ਠੀਕ ਹੈ ਤੁਹਾਡੀ। ਇਹਦਾ ਜਵਾਬ ਮੇਰਾ ਸਿਰਫ ਇੰਨਾ ਹੈ ਕਿ ਜੇ ਧਰਮ ਨਿਰਪੱਖ ਹੋਣ ਦੀ ਕੋਸ਼ਿਸ਼, ਪਹਿਲੀ ਗੱਲ ਤੇ ਹੈ ਕਿ ਬਾਦਲ ਖਾਨਦਾਨ ਸਦਾ ਹੀ ਜਨਮ ਤੋਂ ਹੀ ਧਰਮ ਨਿਰਪੱਖ ਹੈ।
ਹਾਲਤ ਇਹ ਹੈ ਕਿ ਮੈਂ ਉਹ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਜੇ ਧਰਮ ਨਿਰਪੱਖ ਹੋਣਾ ਹੈ ਹੋਵੋ, ਪਰ ਅਕਾਲੀ ਦਲ ਜਿਹੜਾ ਨਾ, ਅਕਾਲੀ ਦਲ ਦਾ ਜੇ ਪ੍ਰਧਾਨ ਹੋਣਾ ਤੇ ਫਿਰ ਧਰਮ ਨਿਰਪੱਖ ਹੋ ਕੇ ਚੱਲਣਾ ਤੁਹਾਨੂੰ ਮੁਸ਼ਕਲ ਹੋ ਜਾਏਗਾ। ਤੇ ਮੁਸ਼ਕਲ ਹੋਇਆ, ਆਮ ਪਾਰਟੀ ਉਹਨਾਂ ਦੀ ਥਾਂ ਤੇ ਦੂਜੇ ਨੰਬਰ ਤੇ ਆ ਗਈ ਤੇ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਵੀ ਇਹ ਚੈਲੰਜ ਰਹਿਣਾ ਹੈ। ਮੈਂ ਆਪਣੀ ਗੱਲ ਇਸ ਕਰਨਾ ਮੁਕਾਉਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਉਹਨੇ ਸਿਆਸੀ ਪ੍ਰਧਾਨ ਰਹਿਣਾ ਹੈ ਕਿ ਮਤਲਬ ਸਿੱਖ ਪ੍ਰਧਾਨ ਰਹਿਣਾ ਹੈ ਕਿ ਅਕਾਲੀ ਪ੍ਰਧਾਨ ਰਹਿਣਾ ਹੈ ਕਿ ਪੰਥਕ ਪ੍ਰਧਾਨ ਰਹਿਣਾ ਹੈ। ਇਹ ਸਵਾਲ ਜਿਹੜੇ ਨੇ ਲੋਕ ਦਈ ਜਾਣਗੇ, ਜਵਾਬ ਦੇਣਾ ਕੋਈ ਔਖੇ ਨਹੀਂ ਹੁੰਦੇ ਕਿਉਂਕਿ ਡਾਟਾ ਸਾਰੇ ਪਾਸੇ ਮਿਲ ਜਾਂਦਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਪਾਰਟੀ ਮਾਸਟਰ ਤਾਰਾ ਸਿੰਘ ਤੱਕ ਜਿੱਥੇ ਸੀ ਤੇ ਉਹਦੀ ਸਾਖ ਸੀ, ਉਹ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਖੁਰਦੀ ਇੱਥੇ ਆ ਗਈ ਹੈ ਕਿ ਅੱਜ ਉਹਨੂੰ ਉਹਦੇ ਵਿੱਚੋਂ ਅਕਾਲੀਅਤ ਗੁੰਮ ਹੈ। ਤੇ ਮੈਂ ਸਮਝਦਾ ਕਿ ਉਹਨੂੰ ਅਕਾਲੀ ਪਾਰਟੀ ਨਹੀਂ ਕਹਿਣਾ ਚਾਹੀਦਾ, ਉਹਨੂੰ ਕੋਈ ਹੋਰ ਨਾਂ ਰੱਖ ਲੈਣਾ ਚਾਹੀਦਾ, ਸਰਬੱਤ ਦਾ ਭਲਾ ਪਾਰਟੀ ਬਣਾ ਲੈਣੀ ਚਾਹੀਦੀ ਹੈ, ਹੋਰ ਕੁਝ ਕਰ ਲੈਣਾ ਚਾਹੀਦਾ। ਜੀ ਪ੍ਰੋਫੈਸਰ ਸਾਹਿਬ ਨੇ ਜਾਣਾ ਹੈ, ਪ੍ਰੋਫੈਸਰ ਬਲਕਾਰ ਸਿੰਘ ਜੀ ਨੇ। ਮੈਂ ਚਾਹੂੰਗਾ ਪ੍ਰੋਫੈਸਰ ਸਾਹਿਬ ਤੁਸੀਂ ਛੱਡ ਸਕਦੇ ਹੋ, ਔਰ ਅਸੀਂ ਹੁਣ ਆਖਰੀ ਰਾਉਂਡ ਦੇ ਵਿੱਚ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਨਾਲ ਗੱਲ ਕਰ ਲੈਂਦੇ ਹਾਂ। ਬਹੁਤ ਮਿਹਰਬਾਨੀ। ਥੈਂਕ ਯੂ ਸਰ, ਥੈਂਕ ਯੂ। ਜੀ ਪ੍ਰੋਫੈਸਰ ਸਾਹਿਬ, ਮੈਨੂੰ ਹੁਣ ਤੁਸੀਂ ਦੱਸੋ ਕਿ ਜੋ ਪ੍ਰੋਫੈਸਰ ਬਲਕਾਰ ਸਿੰਘ ਕਹਿ ਰਹੇ ਆ ਇਹ ਕਿੰਨਾ ਕੁ ਪ੍ਰਸੰਗਿਕ ਹੈ ਕਿ ਇੱਕ ਪਾਸੇ ਤੁਹਾਡੀਆਂ ਸੰਵਿਧਾਨਕ ਲੋੜਾਂ ਨੇ, ਦੂਜੇ ਬੰਨੇ ਤੁਹਾਡੀ ਪਾਰਟੀ ਦੀਆਂ ਜੜ੍ਹਾਂ ਨੇ, ਤੁਹਾਡੀ ਵਿਚਾਰਧਾਰਾ ਵੀ ਹੈ ਤੇ ਤੁਹਾਡਾ ਵਿਰਸਾ ਵੀ ਹੈ। ਇਹਨਾਂ ਦੋ ਚੀਜ਼ਾਂ ਨੂੰ ਇਕੱਠਿਆਂ ਕੋਈ ਕਿੱਦਾਂ ਲੈ ਕੇ ਚੱਲੇ? ਔਰ ਜਦੋਂ ਇਲੈਕਸ਼ਨ ਲੜਨੀ ਵੀ ਅੱਜ ਬਹੁਤ ਔਖੀ ਹੋ ਗਈ, ਸਰਮਾਇਆ ਆ ਗਿਆ, ਬਾਹੂਬਲੀ ਵੀ ਆ ਗਿਆ ਔਰ ਪੈਸੇ ਤੇ ਲੈਵਲ ਵੀ ਆ ਗਏ ਜਿਵੇਂ ਤੁਸੀਂ ਦੱਸਿਆ। ਹੁਣ ਇਸ ਕੰਪੀਟੀਸ਼ਨ 'ਚ ਕੋਈ ਸਿਰਫ ਵਿਚਾਰਧਾਰਾ ਨਾਲ ਖੜ ਕੇ ਜਿੱਤ ਸਕਦਾ, ਜਾਂ ਇਹਨਾਂ ਲੋਕਾਂ ਨੇ ਜਾਣਬੁੱਝ ਕੇ ਇਸ ਤਰ੍ਹਾਂ ਦੇ ਟ੍ਰੈਂਡ ਸੈੱਟ ਕਰ ਲਿਆ ਤਾਂ ਕਿ ਇਹ ਸਾਰਾ ਕੁਝ ਜਿਹੜਾ ਜਸਟੀਫਿਕੇਸ਼ਨ ਹੀ ਹੋ ਜਾਏ ਕਿ ਇਸ ਤੋਂ ਬਿਨਾਂ ਤਾਂ ਸਰਦਾ ਹੀ ਨਹੀਂ ਜੀ, ਅਸੀਂ ਕੀ ਕਰੀਏ? ਇਹ ਜਾਣਬੁੱਝ ਕੇ ਘੜੇ ਗਏ ਬਹਾਨੇ ਨੇ, ਕਿਉਂਕਿ ਸੌਖੀ ਇਲੈਕਸ਼ਨ ਵੀ ਲੜੀ ਜਾ ਸਕਦੀ ਹੈ। ਜ਼ਰੂਰੀ ਤਾਂ ਨਹੀਂ ਕਿ ਬਹੁਤ ਖਰਚਾ ਕਰਕੇ ਹੋਵੇ, ਪਰ ਅਸੀਂ ਇਦਾਂ ਦਾ ਬਣਾਤਾ ਵੀ ਸਾਨੂੰ 200-300 ਕਰੋੜ ਵਾਲਾ ਚੋਣ ਰਣਨੀਤੀਕਾਰ ਤੇ ਉਹਦੀ ਟੀਮ ਵੀ ਚਾਹੀਦੀ ਆ। ਲੋਕ ਕਮਲੇ ਥੋੜੀ ਆ। ਤੁਸੀਂ ਇਹ ਪੈਸਾ ਕਿੱਥੋਂ ਲਿਆਏ ਹੋ? ਇਹ ਪੈਸਾ ਇਸੇ ਸਟੇਟ ਚੋਂ ਹੀ ਜਨਰੇਟ ਹੋਇਆ। ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਜਿਹੜੀ ਇਹ ਮੁੱਦਾ ਡਾਕਟਰ ਬਲਕਾਰ ਸਿੰਘ ਨੇ ਉਠਾਇਆ ਹੈ ਕਿ ਉਹਨਾਂ ਦੀ ਇੱਕ ਸੰਵਿਧਾਨਕ ਮਜਬੂਰੀ ਹੈ ਆਪਣੇ ਆਪ ਨੂੰ ਸੈਕੂਲਰ ਪਾਰਟੀ ਡਿਕਲੇਅਰ ਕਰਨਾ, ਪਰ ਉਹ ਪੰਥਕ ਵੋਟਾਂ ਕਿਵੇਂ ਲੈ ਸਕਦੇ ਹੈਗੇ? ਇਹਨਾਂ ਦੋਨਾਂ ਗੱਲਾਂ ਨੂੰ ਰੀਕਨਸਾਈਲ ਕਿਵੇਂ ਕਰ ਸਕਦੇ ਹੈਗੇ? ਇਹਦੇ 'ਚ ਕੋਈ ਹਰਜ਼ ਨਹੀਂ। ਤੁਸੀਂ ਸੰਵਿਧਾਨਕ ਰਿਕੁਆਇਰਮੈਂਟ ਪੂਰੀ ਕਰੋ। ਤੁਸੀਂ ਲਿਖ ਲਓ ਕਿ ਅਸੀਂ ਪੰਜਾਬੀਆਂ ਦੀ ਪਾਰਟੀਆਂ, ਪਰ ਤੁਹਾਨੂੰ ਕੌਣ ਇਸ ਗੱਲ ਤੋਂ ਰੋਕਦਾ ਹੈ ਕਿ ਸਿੱਖਾਂ ਦੇ ਮੁੱਦੇ ਉਠਾਏ ਜਾਣ? ਕੋਈ ਰੋਕਦਾ ਹੈ ਸੰਵਿਧਾਨ ਦੇ ਵਿੱਚ? ਕੌਣ ਤੁਹਾਨੂੰ ਇਸ ਗੱਲ ਤੋਂ ਰੋਕਦਾ ਹੈ ਕਿ ਤੁਸੀਂ ਸੈਂਟਰ ਸਟੇਟ ਰਿਲੇਸ਼ਨ ਦੇ ਰਿਵਿਊ ਵਾਸਤੇ, ਜਾਂ ਜਿਹੜਾ ਤੁਸੀਂ ਟਰੂਲੀ ਫੈਡਰਲ ਕਰੈਕਟਰ ਆਫ ਇੰਡੀਆ ਦੀ ਗੱਲ ਕਰਦੇ ਸੀ, ਉਹ ਮੁੱਦੇ ਉਠਾਉਣ ਵਾਸਤੇ ਤੁਹਾਨੂੰ ਕੌਣ ਮਨਾ ਕਰਦਾ ਹੈ? ਤੁਸੀਂ ਕਿਉਂ ਨਹੀਂ ਉਠਾ ਰਹੇ? ਗੱਲ ਇਹ ਨਹੀਂ ਕਿ ਤੁਸੀਂ ਪੰਜਾਬੀ ਪਾਰਟੀ ਆਪਣੇ ਆਪ ਨੂੰ ਲਿਖ ਲਿਆ, ਹੁਣ ਪੰਥਿਕ ਕਿਵੇਂ ਕਹੋਗੇ? ਇਹ ਗੱਲਾਂ ਜਿਹੜੀਆਂ ਹੈਗੀਆਂ, ਕੋਈ ਜ਼ਿਆਦਾ ਇਹਨਾਂ ਦੇ ਵਿੱਚ ਵਜ਼ਨ ਨਹੀਂ ਹੈ। ਮੇਰੇ ਹਿਸਾਬ ਨਾਲ ਜਿਹੜੀ ਪਾਰਟੀ ਦੀ ਵਰਕਿੰਗ ਹੈ, ਇਟ ਇਜ਼ ਮੋਰ ਇੰਪੋਰਟੈਂਟ। ਐਸੀ ਵਰਕਿੰਗ ਤੁਹਾਡੀ ਹੋਣੀ ਚਾਹੀਦੀ ਹੈ ਕਿ ਲੋਕਾਂ ਦਾ ਤੁਹਾਡੇ ਵਿੱਚ ਵਿਸ਼ਵਾਸ ਬਣਿਆ ਰਵੇ। ਵਿਸ਼ਵਾਸ ਤੁਸੀਂ ਕਿਉਂ ਖੋ ਬੈਠੇ? ਤੁਸੀਂ ਇਸ ਕਰਕੇ ਵਿਸ਼ਵਾਸ ਨਹੀਂ ਖੋਇਆ ਕਿ ਤੁਸੀਂ ਆਪਣੀ ਪਾਰਟੀ ਨੂੰ ਪੰਜਾਬੀ ਪਾਰਟੀ ਲਿਖ ਲਿਆ, ਤੁਸੀਂ ਪੰਜਾਬੀਅਤ ਆਪਣਾ ਰਾਜਸੀ ਟੀਚਾ ਮਿੱਥ ਲਿਆ। ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਸੈਕੂਲਰ ਹੋਵੋ, ਸਾਰੀਆਂ ਸੈਕਸ਼ਨਸ ਨੂੰ ਨਾਲ ਲਵੋ। ਮੈਂ ਉਹ ਪੀਰੀਅਡ ਵੀ ਜਾਣਦਾ ਅਕਾਲੀ ਦਲ ਦਾ, ਕਿਉਂਕਿ ਮੈਂ ਪੰਜਾਬ ਦੀ ਪੋਲੀਟੀਕਲ ਹਿਸਟਰੀ ਦਾ ਵੀ ਵਿਦਿਆਰਥੀ ਹਾਂ, ਕਿ 1969 ਦੇ ਵਿੱਚ ਅਕਾਲੀ ਦਲ ਨੇ ਸਿਰਫ ਇੱਕ ਨੌਨ ਸਿੱਖ ਨੂੰ ਜਿਹੜੀ ਟਿਕਟ ਦਿੱਤੀ ਸੀ, ਨਵਾਬ ਇਫਤਖਾਰ ਅਲੀ ਖਾਨ। ਉਸ ਟਾਈਮ 104 ਸੀਟਾਂ ਹੁੰਦੀਆਂ ਸੀ, 103 ਸੀਟਾਂ ਤੇ ਸਿੱਖ ਕੈਂਡੀਡੇਟ ਤੇ ਸਿਰਫ ਇੱਕ ਨੌਨ ਸਿੱਖ ਕੈਂਡੀਡੇਟ। ਅੱਜ ਜਿਹੜਾ ਉਹ ਕੰਪਲੈਕਸ਼ਨ ਚੇਂਜ ਹੋ ਗਿਆ। ਠੀਕ ਹੈ, ਤੁਸੀਂ ਸਾਰੇ, ਹਰ ਇੱਕ ਪਾਰਟੀ ਦੀ ਇੱਛਾ ਹੁੰਦੀ ਹੈ ਕਿ ਉਹ ਸਾਰੀਆਂ ਸੈਕਸ਼ਨਸ ਦੇ ਵਿੱਚ ਸਪਰੈਡ ਹੋਵੇ, ਅਦਰਵਾਈਜ਼ ਤੁਹਾਨੂੰ ਦੂਸਰੀਆਂ ਪਾਰਟੀਆਂ ਦੀ ਮਦਦ ਲੈਣੀ ਪੈਂਦੀ ਹੈ, ਪਰ ਉਹਦੇ ਨਾਲ ਤੁਸੀਂ ਆਪਣੇ ਮੁੱਦਿਆਂ ਤੋਂ ਨਹੀਂ ਭਟਕ ਸਕਦੇ। ਅੱਜ ਤੁਸੀਂ ਆਲਮ ਦੇਖ ਲਓ ਕਿ 1969 ਦੇ ਵਿੱਚ ਸਿਰਫ ਇੱਕ ਨੌਨ ਸਿੱਖ ਸੀ। ਅੱਜ ਹਜੇ ਤੱਕ ਅਕਾਲੀ ਦਲ ਨੇ 70 ਸੀਟਾਂ ਡਿਕਲੇਅਰ ਕੀਤੀਆਂ। 70 ਦੇ ਵਿੱਚੋਂ
10 ਤਾਂ ਆਲਰੇਡੀ ਨੌਨ ਸਿੱਖ ਡਿਕਲੇਅਰ ਹੋ ਚੁੱਕੇ ਤੇ ਹਜੇ ਹੋਰ ਵੀ ਹੋਣੀਆਂ ਹੈਗੀਆਂ 27 ਉਹਦੇ ਵਿੱਚ ਵੀ ਹੋਣਗੀਆਂ। ਅੱਛੀ ਗੱਲ ਹੈ, ਸਾਰੇ ਸੈਕਸ਼ਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਪਰ ਲੇਕਿਨ ਜੋ ਬੇਸਿਕ ਮੁੱਦੇ ਹੈਗੇ, ਜੋ ਰੀਆਰਗੇਨਾਈਜੇਸ਼ਨ ਤੋਂ ਲੈ ਕੇ ਹੁਣ ਤੱਕ ਤੁਸੀਂ ਉਠਾਉਂਦੇ ਆ ਰਹੇ ਹੋ, ਉਹਨਾਂ ਤੇ ਤੁਹਾਨੂੰ ਬੋਲਣ ਤੋਂ ਕੌਣ ਰੋਕਦਾ ਹੈ? ਤੁਹਾਡੀ ਪਾਰਟੀ ਦਾ ਇੱਕ ਗੌਰਵਮਈ ਇਤਿਹਾਸ ਹੈ, ਤੁਸੀਂ ਇੰਨਾ ਵਧੀਆ ਰੋਲ ਪਲੇ ਕੀਤਾ ਹੈ, ਫੈਡਰਲ ਸਟਰਕਚਰ ਦੇ ਬਾਰੇ ਇੰਨੇ ਵਾਰੀ ਰੈਜ਼ੋਲੂਸ਼ਨ ਪਾਸ ਹੋਏ, ਬਟਾਲਾ ਰੈਜ਼ੋਲੂਸ਼ਨ ਹੈ, ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੈ, ਔਰ ਜਿਹੜੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਹੁੰਦੀ ਸੀ, ਮੈਨੂੰ ਪਤਾ ਬਾਦਲ ਸਾਹਿਬ ਦੀਆਂ ਸਪੀਚਸ ਮੇਰੇ ਕੋਲੇ ਪਈਆਂ ਹੈਗੀਆਂ। ਕੋਈ ਮੌਕਾ ਨਹੀਂ ਸੀ ਅਕਾਲੀ ਦਲ ਗਵਾਉਂਦਾ ਜਦ ਸਟੇਟਾਂ ਦੇ ਰਾਈਟਸ ਦੀ ਗੱਲ ਨਾ ਕਰੇ। ਅੱਜ ਸਟੇਟਾਂ ਦੇ ਰਾਈਟਸ ਬਿਲਕੁਲ ਖਤਮ ਹੋ ਰਹੇ ਹਨ। ਸਾਨੂੰ ਪਤਾ ਹੈ ਐਗਰੀਕਲਚਰ ਬੇਸਿਕਲੀ ਇਟ ਇਜ਼ ਅ ਸਟੇਟ ਸਬਜੈਕਟ। ਜਦ ਇਹਦੇ ਤੇ ਗੱਲ ਹੋ ਰਹੀ ਸੀ, ਤੁਸੀਂ ਗੱਲ ਇਹ ਕਿਉਂ ਨਹੀਂ ਕੀਤੀ ਕਿ ਤੁਸੀਂ ਇਹਦੇ ਤੇ ਗੱਲ ਕਿਵੇਂ ਕਰਦੇ ਹੋ? ਇਟ ਇਜ਼ ਅ ਸਟੇਟ ਸਬਜੈਕਟ, ਅਸੀਂ ਆਪ ਡੀਲ ਕਰਾਂਗੇ, ਸਟੇਟਾਂ ਡੀਲ ਕਰਨਗੀਆਂ। ਵਾਟ ਦਾ ਸੈਂਟਰ ਹੈਜ਼ ਟੂ ਡੂ ਵਿਦ ਦਿਸ? ਇਹਦੇ ਚ ਪ੍ਰੋਫੈਸਰ ਸਾਹਿਬ ਮਸਲਾ ਇਹੀ ਹੈ ਨਾ ਕਿ ਜਿਹੜਾ ਵਿਅਕਤੀ ਤੁਹਾਡੀ ਤਰਜਮਾਨੀ ਕਰ ਰਿਹਾ ਸੀ ਉਸ ਮੌਕੇ ਤੇ, ਉਹ ਕੋਈ ਵੀ ਪਲੇਟਫਾਰਮ ਹੋਵੇ, ਭਾਵੇਂ ਕੈਬਨਿਟ ਸੀ ਜਾਂ ਕੋਈ ਸਬ ਕਮੇਟੀ ਸੀ, ਉਹ ਸਮਝ ਕਿੰਨੀ ਰੱਖਦਾ ਹੈ ਤੇ ਉਹਦੀ ਰੂਹ ਕਿੰਨੀ ਅਕਾਲੀ ਹੈ, ਉਹਨੂੰ ਪੰਜਾਬ ਦੇ ਕੰਸਰਨ ਕਿੰਨੇ ਜਾਣਕਾਰੀ, ਉਹਨੂੰ ਸਰੋਕਾਰ ਕਿੰਨੇ ਕੁ ਪਤਾ। ਬੀਬੀ ਹਰਸਿਮਰਤ ਕੌਰ ਬਾਦਲ ਇੱਕ ਪਾਵਰਫੁਲ ਇਨਸਾਨ ਨੇ ਪੰਜਾਬ ਦੇ ਵਿੱਚ ਬਤੌਰ ਬਾਦਲ ਸਾਹਿਬ ਦੇ ਨੂੰਹ ਔਰ ਸੁਖਬੀਰ ਦੇ ਧਰਮ ਸੁਪਤਨੀ, ਪਰ ਜ਼ਰੂਰੀ ਤਾਂ ਨਹੀਂ ਕਿ ਤੁਹਾਨੂੰ ਉਹਨਾਂ ਸਾਰੀਆਂ ਰੂਹਦਾਰੀਆਂ ਦਾ ਪਤਾ ਹੋਵੇ ਜਿਹੜੀ ਤੁਹਾਡੀ ਵਿਰਾਸਤ ਚ ਪਈਆਂ ਨੇ। ਤੁਹਾਨੂੰ ਉੱਥੇ ਉਹੋ ਜਿਹੇ ਬੰਦੇ ਚਾਹੀਦੇ ਸੀ ਜਿਹੜੇ ਖੜ ਜਾਂਦੇ, ਜਿਹੜੇ ਲੜ ਪੈਂਦੇ ਕਿ ਨਹੀਂ। ਰੰਧਾਵਾ ਸਾਹਿਬ ਦੇਖੋ, ਕੋਈ ਇੱਕ ਬੰਦਾ ਪਾਰਟੀ ਨਹੀਂ ਹੁੰਦਾ, ਇਹ ਠੀਕ ਹੈ, ਇੱਕ ਬੰਦਾ ਰਿਪਰੈਜ਼ੈਂਟ ਕਰ ਰਿਹਾ ਹੁੰਦਾ ਉੱਥੇ ਕੈਬਨਿਟ ਦੇ ਵਿੱਚ, ਲੇਕਿਨ ਜਦ ਕੋਈ ਮਸਲਾ ਆਉਂਦਾ ਬਾਕਾਇਦਾ ਪਾਰਟੀ ਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਇੰਨਾ ਇੰਪੋਰਟੈਂਟ ਮੁੱਦਾ ਆ ਰਿਹਾ ਹੈ। ਕਿਉਂਕਿ ਸਾਨੂੰ ਪਤਾ ਪੰਜਾਬ ਤਾਂ ਬੇਸਿਕਲੀ ਐਗਰੀਕਲਚਰ ਸਟੇਟ ਹੈ। ਜੇ ਐਗਰੀਕਲਚਰ ਮਾਈਨਸ ਕਰ ਜੇ ਕੁਝ ਵੀ ਨਹੀਂ ਪੰਜਾਬ ਦੇ ਵਿੱਚ, ਜੋ ਅੱਜ ਅਸੀਂ ਅਚੀਵ ਕੀਤਾ ਐਗਰੀਕਲਚਰ ਦੇ ਬੇਸ ਤੇ ਕੀਤਾ। ਜਦ ਐਡਾ ਇੰਪੋਰਟੈਂਟ ਮੁੱਦਾ ਆ ਰਿਹਾ ਹੈ, ਸਾਰੀ ਪਾਰਟੀ ਦੇ ਵਿੱਚ ਡਿਸਕਸ਼ਨ ਹੋਈ ਹੋਏਗੀ, ਤੇ ਕਈ ਵਾਰੀ ਪੋਲੀਟੀਕਲ ਮਜਬੂਰੀਆਂ ਕਰਕੇ ਤੁਸੀਂ ਚੁੱਪ ਕਰ ਜਾਂਦੇ ਹੋ। ਜਿਵੇਂ ਆਪਾਂ ਗੱਲ ਕੀਤੀ ਹੀ ਹੈ ਕਿ ਬੀਜੇਪੀ ਦਾ ਪੀਰੀਅਡ ਦੇਖ ਲਓ, 2014 ਤੋਂ ਲੈ ਕੇ ਕਿੰਨੇ ਮਤਲਬ ਮਸਲੇ ਹੈਗੇ ਜਿਨ੍ਹਾਂ ਤੇ ਅਕਾਲੀ ਦਲ ਖੁੱਲ੍ਹ ਕੇ ਬੋਲ ਸਕਦਾ ਸੀ। ਜਦ ਜੰਮੂ ਐਂਡ ਕਸ਼ਮੀਰ ਨੂੰ, ਸਟੇਟ ਨੂੰ ਤੋੜ ਕੇ ਯੂਨੀਅਨ ਟੈਰੀਟਰੀ ਬਣਾਇਆ, ਕੱਲ੍ਹ ਨੂੰ ਕਿਸੇ ਹੋਰ ਨੂੰ ਵੀ ਕਰ ਸਕਦੇ ਹੈਗੇ। ਪ੍ਰੈਜ਼ੀਡੈਂਟ ਰੂਲ ਲੱਗਿਆ ਵਿਦਾਊਟ ਐਨੀ ਰੀਜ਼ਨ, ਸਿਟੀਜ਼ਨ ਅਮੈਂਡਮੈਂਟ ਐਕਟ ਆਇਆ, ਤੁਸੀਂ ਮਤਲਬ ਉਸ ਤਰ੍ਹਾਂ ਦਾ ਤੁਹਾਡੀ ਟੋਨ ਨਹੀਂ ਸੀ ਜਿਸ ਤਰ੍ਹਾਂ ਦੀ ਪਹਿਲਾਂ ਹੁੰਦੀ ਸੀ। ਜਿਹੜੇ ਪੰਜਾਬ ਦੇ ਪੁਰਾਣੇ ਮੁੱਦੇ ਸੀ, ਚਾਹੇ ਰਿਵਰ ਵਾਟਰ ਇਸ਼ੂ ਹੈ, ਚਾਹੇ ਚੰਡੀਗੜ੍ਹ ਹੈ, ਚਾਹੇ ਪੰਜਾਬੀ ਸਪੀਕਿੰਗ ਏਰੀਆ, ਹੋਰ ਬੜੇ ਮਸਲੇ ਹੈਗੇ, ਕਦੇ ਉਸ ਤਰ੍ਹਾਂ ਦੀ ਵੋਕਲ ਗੱਲ ਕੀਤੀ ਹੋਈ ਨਹੀਂ। ਠੰਡੇ ਬਸਤੇ ਚ ਪੈ ਗਏ। ਸਾਰੀਆਂ ਗੱਲਾਂ ਕਰਨ ਤੋਂ ਤਾਂ ਤੁਹਾਨੂੰ ਕੋਈ ਨਹੀਂ ਰੋਕਦਾ। ਤੁਸੀਂ ਇੱਕ ਠੀਕ ਹੈ ਸੰਵਿਧਾਨਕ ਜ਼ਰੂਰਤ ਜਿਹੜੀ ਹੈ ਪੂਰੀ ਕਰ ਲਓ। ਹੁਣ ਬੀਜੇਪੀ ਵੀ ਤਾਂ ਹੈ, ਸਾਨੂੰ ਪਤਾ, ਚਾਹੇ ਅਸੀਂ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਐਗਰੀ ਕਰੀਏ ਚਾਹੇ ਨਾ ਕਰੀਏ, ਉਹ ਆਪਣੀ ਆਈਡੀਓਲੋਜੀ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਕਰ ਰਹੇ ਨੇ, ਚਾਹੇ ਉਹਦੇ ਨਾਲ ਮੁਲਕ ਦਾ ਨੁਕਸਾਨ ਹੋਵੇ, ਚਾਹੇ ਜੋ ਮਰਜ਼ੀ ਹੋਵੇ, ਲੇਕਿਨ ਦੇ ਆਰ ਸਾਈਡਿੰਗ ਵਿਦ देयर ਆਈਡੀਓਲੋਜੀ। ਇਹਨਾਂ ਨੂੰ ਕੌਣ ਰੋਕਦਾ? ਜਿਹੜੀ ਇੱਕ ਪੰਥਿਕ ਪਾਰਟੀ ਹੈ, ਚਲੋ ਪੰਥਿਕ ਪਾਰਟੀ ਨਾ ਕਹੋ, ਪੰਜਾਬੀਆਂ ਦੀ ਪਾਰਟੀ ਹੈ, ਲੇਕਿਨ ਮੇਨ ਸਪੋਰਟ ਬੇਸ ਜਿਹੜਾ ਹੈ ਤਾਂ ਪੰਥਿਕ ਹੈ। ਸਟਰੈਂਥ ਕਿੱਥੋਂ ਲੈਣੀ ਹੈ? ਪੰਥ ਤੋਂ ਲੈਣੀ ਹੈ। ਸਿੱਖ ਔਰ ਕਿਸਾਨੀ ਦੋ ਕੋਰ ਵੋਟਰ ਨੇ ਇਹਨਾਂ ਦੇ। ਬਿਲਕੁਲ, ਦੋ ਕੋਰ ਵੋਟਰ ਹੈਗੇ। ਕਿਸਾਨੀ ਤੁਹਾਡੇ ਨਾਲ ਨਾਰਾਜ਼ ਹੋਈ ਬੈਠੀ ਹੈ, ਸਿੱਖ ਜਿਹੜੇ ਹੈਗੇ ਉਹ ਨਾਰਾਜ਼ ਹੋਏ ਬੈਠੇ ਨੇ, ਉਹਨਾਂ ਦੀਆਂ ਐਕਸਪੈਕਟੇਸ਼ਨ ਦੇ ਮੁਤਾਬਕ ਨਹੀਂ ਤੁਸੀਂ ਤੁਰ ਰਹੇ। ਹੁਣ ਤੁਸੀਂ ਬੀਐਸਪੀ ਦੇ ਨਾਲ ਅਲਾਈਅੰਸ ਕਰ ਲਿਆ, ਇੱਕ ਵਾਰੀ ਪਹਿਲਾਂ ਵੀ ਕੀਤਾ, ਤੁਹਾਨੂੰ ਯਾਦ ਹੋਣਾ, ਵੈਸੇ ਤਾਂ ਆਪਣਾ ਵਿਸ਼ਾ ਨਹੀਂ ਹੈ। 1996 ਦੀਆਂ ਲੋਕ ਸਭਾ ਇਲੈਕਸ਼ਨ ਲੜੀਆਂ ਸੀ, ਪਰ 97 ਤੱਕ ਆਉਂਦੇ ਉਹ ਅਲਾਈਅੰਸ ਤੋੜ ਲਿਆ। ਤੇ ਉਹ ਤੋੜਿਆ ਕਿਉਂ ਸੀ? ਕਿਹਾ ਕਿ ਇਸ ਪਾਰਟੀ ਨੇ ਕਾਂਗਰਸ ਨਾਲ ਜਿਹੜਾ ਹੈਗਾ, ਕਾਂਗਰਸ ਨੂੰ ਸਮਰਥਨ ਦੇ ਦਿੱਤਾ, ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ, ਅਸੀਂ ਇਹਦੇ ਨਾਲ ਨਹੀਂ ਚੱਲ ਸਕਦੇ, ਅਸੀਂ ਬੀਜੇਪੀ ਨੂੰ ਅਨਕੰਡੀਸ਼ਨਲ ਸਪੋਰਟ ਦਿੰਦੇ ਹਾਂ। ਹੁਣ ਉਹੀ ਮਸਲਾ ਫੇਰ ਆਉਣ ਵਾਲਾ ਹੈ। ਬੀਐਸਪੀ ਦਾ ਸਾਨੂੰ ਪਤਾ ਹੈ ਕਿ ਹੁਣ ਯੂਪੀ ਦੀਆਂ ਇਲੈਕਸ਼ਨਸ ਹੋਣ ਜਾ ਰਹੀਆਂ, ਹੋ ਸਕਦਾ ਹੈ ਬੀਐਸਪੀ ਜਿਹੜੀ ਹੈਗੀ ਉੱਥੇ ਬੀਜੇਪੀ ਦੇ ਨਾਲ ਅਲਾਈਅੰਸ ਕਰ ਲਵੇ। ਫੇਰ ਕੀ ਹੈ, ਬੀਐਸਪੀ ਨਾਲ ਦੁਬਾਰਾ ਅਲਾਈਅੰਸ ਤੋੜਨਗੇ ਕਿ ਇਹ ਤਾਂ ਕਿਸਾਨਾਂ ਦੀ ਦੁਸ਼ਮਣ ਜਮਾਤ ਹੈ, ਅਸੀਂ ਇਹਦੇ ਨਾਲ ਨਹੀਂ ਚੱਲ ਸਕਦੇ। ਕੀ ਇਹ ਕਰਨਗੇ?
ਇਹ ਦੋਹਰੇ ਜਿਹੜੇ ਮਾਪਦੰਡ ਹੈਗੇ ਨਾ, ਕਈ ਵਾਰੀ ਇਹਨਾਂ ਦੀ ਬੜੀ ਪ੍ਰੋਬਲਮ ਹੁੰਦੀ ਹੈ। ਇਹਦੇ ਨਾਲ ਜੋ ਥੋੜਾ ਕੋਰ ਵੋਟ ਬੈਂਕ ਹੈ ਉਹਨੂੰ ਬੜੀ ਮਾਯੂਸੀ ਹੁੰਦੀ ਹੈ। ਮੈਂ ਪ੍ਰੋਫੈਸਰ ਸਾਹਿਬ, ਮੈਨੂੰ ਬੜਾ ਮਜ਼ਾ ਆਇਆ ਤੁਹਾਡੇ ਨਾਲ, ਆਪਾਂ ਪਹਿਲੀ ਵਾਰੀ ਗੱਲ ਕਰ ਰਹੇ ਹਾਂ। ਮੈਂ ਤੁਹਾਨੂੰ ਪੜ੍ਹਿਆ ਤਾਂ ਕੋਈ 20 ਸਾਲ ਪਹਿਲਾਂ ਸੀ ਸ਼ਾਇਦ, ਅਕਾਲੀ ਇਤਿਹਾਸ ਤੁਸੀਂ ਲਿਖਿਆ ਸੀਗਾ ਉਹ ਕਿਤਾਬ, ਮੈਨੂੰ ਹੁਣ ਤਾਂ ਪੰਜਾਬ ਦੀ ਰਾਜਨੀਤੀ। ਹਾਂ, ਪੰਜਾਬ ਦੀ ਰਾਜਨੀਤੀ। ਔਰ ਮੈਂ ਤੁਹਾਡਾ ਪ੍ਰਸ਼ੰਸਕ ਹੀ ਨਹੀਂ, ਅਸੀਂ ਤਾਂ ਤੁਹਾਨੂੰ ਉਹਨਾਂ ਲੋਕਾਂ 'ਚ ਮੰਨਦੇ ਹਾਂ ਜਿਨ੍ਹਾਂ ਤੋਂ ਅਸੀਂ ਸਿੱਖੇ ਹਾਂ, ਅਸੀਂ ਵਿਦਿਆਰਥੀ ਹਾਂ ਤੁਹਾਡੇ। ਔਰ ਮੈਂ ਇਸ ਵਿਸ਼ੇ ਤੇ ਮੈਂ ਅੱਗੇ ਗੱਲ ਵਧਾਉਣਾ ਚਾਹੂੰਗਾ। ਅਸੀਂ ਕਾਫੀ ਲੰਬਾ ਸਫ਼ਰ ਤੈਅ ਕਰ ਰਹੇ ਹਾਂ, ਅਸੀਂ 40 ਮਿੰਟ ਦੇ ਲਗਭਗ ਪਹੁੰਚ ਗਏ ਹਾਂ, ਤੇ ਮੈਂ ਚਾਹੂੰਗਾ ਕਿ ਅਸੀਂ ਜੇ ਤੁਹਾਡੇ ਕੋਲ ਫੁਰਸਤ ਹੋਈ ਤਾਂ ਸ਼ਾਮ ਨੂੰ ਪ੍ਰੋਫੈਸਰ ਅਮਰਜੀਤ ਸਿੰਘ ਗਰੇਵਾਲ ਦੇ ਨਾਲ ਅਸੀਂ ਇਕੱਠੇ ਹੋ ਕੇ ਇਸ ਵਿਸ਼ੇ ਨੂੰ ਅੱਗੇ ਵਧਾਵਾਂਗੇ। ਮੈਨੂੰ ਤਾਂ ਲੱਗਦਾ ਸੀ ਵੀ ਅਸੀਂ ਸਤਹੀ ਜੀ ਗੱਲ ਕਰਕੇ ਮੁਕਾ ਸਕਦੇ ਹਾਂ, ਲੇਕਿਨ ਜਿਸ ਤਰ੍ਹਾਂ ਦੀਆਂ ਇਤਿਹਾਸਕ ਪੈੜਾਂ ਨੇ, ਜਿਵੇਂ ਜਿਵੇਂ ਅਸੀਂ ਪਿਛਲੇ ਸਾਲਾਂ ਤੋਂ ਤੁਰਦੇ ਹਾਂ, ਵੱਖ-ਵੱਖ ਮੌਕਿਆਂ ਤੇ ਕੀ ਫੈਸਲੇ ਹੋਏ ਔਰ ਉੱਥੋਂ ਮੁੜ ਕੇ ਫੈਸਲਿਆਂ ਤੋਂ ਬਦਲਿਆ ਕਿਵੇਂ ਗਿਆ, ਔਰ ਅੱਜ ਦੀ ਸਥਿਤੀ 'ਚ ਹੋਰ ਵੀ ਕਈ ਪਹਿਲੂ ਆ, ਅਸੀਂ ਉਹ ਸਾਰਿਆਂ ਨੂੰ 1 ਬਾਈ 1 ਟੱਚ ਕਰਾਂਗੇ। ਔਰ ਇਹ ਦੋਵੇਂ ਰਵਾਇਤੀ ਪਾਰਟੀਆਂ, ਇਹਨਾਂ ਦਾ ਐਨਾਲਿਸਿਸ ਕਰਾਂਗੇ। ਅਕਾਲੀ ਦਲ ਦੀ ਗੱਲ ਅਜੇ ਖਤਮ ਨਹੀਂ ਹੋਈ, ਅਕਾਲੀ ਦਲ ਦੇ ਉੱਤੇ ਘੱਟੋ ਘੱਟ ਅਸੀਂ 2 ਐਪੀਸੋਡ ਹੋਰ ਕਰਾਂਗੇ। ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਤੁਸੀਂ ਸਾਡੇ ਸ਼ਾਮ ਨੂੰ ਮੈਂ ਮਾਫੀ ਚਾਹੂੰਗਾ, ਮੈਂ ਸ਼ਾਮ ਨੂੰ ਕਿਸੇ ਬਾਹਰ ਸ਼ਾਦੀ ਤੇ ਜਾਣਾ ਤੇ ਆਪਾਂ ਫੇਰ ਕਿਸੇ ਦਿਨ ਬਹੁਤ ਅੱਛਾ, ਅਸੀਂ ਦੁਬਾਰਾ ਇਸ ਵਿਸ਼ੇ ਤੇ ਗੱਲ ਕਰਾਂਗੇ। ਮੈਂ ਚਾਹੂੰਗਾ ਕਿ ਤੁਸੀਂ ਉਹ ਚੀਜ਼ਾਂ ਨੂੰ ਦੱਸੋ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ। ਬਹੁਤ ਅੱਛੇ ਇਸ਼ੂਜ਼ ਡਿਸਕਸ ਹੋਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੌਕਾ ਦੇਣ ਵਾਸਤੇ। ਥੈਂਕ ਯੂ ਵੈਰੀ ਮਚ।